वाहिगुरु जी का खालसा वाहिगुरु जी की फतेह। आप ਸਰਬੱਤ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੋ ਆਪ ਜੀ ਅੱਜ ਦੀ ਇਸ ਕਲਾਸ ਵਿੱਚ ਜੁੜੇ ਹੋ। ਜਿਸ ਕਲਾਸ ਦੇ ਅੰਦਰ ਆਪਾਂ ਲਗਾਤਾਰ ਸਿੱਖ ਰਾਜ ਕਿਵੇਂ ਬਣਿਆ, ਜਿਹੜਾ ਸਿੱਖ ਇਤਿਹਾਸ ਹੈ, ਕਿਉਂਕਿ 1469 ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਤੇ 1469 ਤੋਂ 1708 ਈਸਵੀ ਤੱਕ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਰੀਰਕ ਤੌਰ ਤੇ ਸੰਸਾਰ ਤੋਂ ਚਲੇ ਗਏ, ਉਹ ਸਮੇਂ ਦੇ ਇਤਿਹਾਸ ਨੂੰ ਗੁਰ ਇਤਿਹਾਸ ਕਿਹਾ ਜਾਂਦਾ ਹੈ। ਤੇ 1708 ਤੋਂ ਬਾਅਦ ਦਾ ਜਿਹੜਾ ਇਤਿਹਾਸ ਹੈ ਉਹਨੂੰ ਅਸੀਂ ਸਿੱਖ ਇਤਿਹਾਸ ਕਹਿੰਦੇ ਹਾਂ। ਸਿੱਖ ਇਤਿਹਾਸ ਦੀ ਵਿਚਾਰ ਆਪਾਂ ਲਗਾਤਾਰ ਕਰ ਰਹੇ ਹਾਂ, ਕਿਵੇਂ 1708 ਤੋਂ ਬਾਅਦ ਕੀ ਕੁਝ ਸਿੱਖਾਂ ਨਾਲ ਵਾਪਰਿਆ ਤੇ ਦੂਜੇ ਪਾਸੇ ਕਿਵੇਂ ਮਿਸਲਾਂ ਤੋਂ ਬਾਅਦ ਸਿੱਖ ਰਾਜ ਦੀ ਨੀਂਹ ਰੱਖੀ ਗਈ, ਕਿਵੇਂ ਸਿੱਖ ਰਾਜ ਬਣਿਆ, ਇਹ ਸਾਰਾ ਕੁਝ ਆਪਾਂ ਵਿਚਾਰ ਰਹੇ ਹਾਂ। ਤੇ ਕੱਲ ਆਪਾਂ ਜੋ ਇਤਿਹਾਸ ਦੇ ਅੰਦਰ ਵਿਚਾਰਿਆ ਕਿਵੇਂ ਅਹਿਮਦ ਸ਼ਾਹ ਅਬਦਾਲੀ ਫਿਰ ਪੰਜਾਬ ਤੇ ਚੜ੍ਹ ਕੇ ਆਇਆ। ਇਸ ਵਾਰ ਮੀਰ ਮਨੂੰ ਦੇ ਮੁਕਾਬਲੇ ਵਾਸਤੇ ਆਇਆ। ਇਹਨੇ ਆਪਣਾ ਦੂਤ ਭੇਜਿਆ ਮੀਰ ਮਨੂੰ ਦੇ ਕੋਲ, ਆਖਿਆ ਕਿ ਜਿਹੜਾ ਮਾਮਲਾ ਬਾਕੀ ਹੈ ਉਹ ਮੈਨੂੰ ਦੇ। ਉਹਨੇ 7 ਲੱਖ ਮਾਮਲਾ ਦਿੱਤਾ ਤੇ ਆਖਿਆ ਕਿ ਬਾਕੀ ਮੈਂ ਭੇਜ ਦਿਆਂਗਾ ਜੇ ਅਹਿਮਦ ਸ਼ਾਹ ਅਬਦਾਲੀ ਇੱਥੇ ਵਾਪਸ ਚਲਾ ਜਾਏ। ਪਰ ਅਹਿਮਦ ਸ਼ਾਹ ਅਬਦਾਲੀ ਆਪਣੀਆਂ ਫੌਜਾਂ ਨਾਲ ਉਹਨੇ ਲਾਹੌਰ ਤੇ ਆ ਕੇ ਚੜ੍ਹਾਈ ਕੀਤੀ। ਸਿੱਖ ਵੀ ਆਏ, ਬੜੇ ਕਾਰਨ ਬਣੇ। ਕੁਝ ਮੁਸਲਮਾਨ ਜਿਹੜੇ ਸਨ ਉਹਨਾਂ ਨੇ ਸਿੱਖਾਂ ਤੇ ਤੋਪਾਂ ਦੇ ਗੋਲੇ ਭਰਾਏ। ਸਿੱਖ ਇਸੇ ਕੋਲੋਂ ਨਾਰਾਜ਼ ਹੋ ਕੇ ਵਾਪਸ ਚਲੇ ਗਏ। ਮੀਰ ਮਨੂੰ ਹਾਰ ਗਿਆ। ਲਾਹੌਰ ਤੇ ਮੁਲਤਾਨ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਨੇ ਕਬਜ਼ਾ ਕਰ ਲਿਆ। ਇੱਥੇ ਇੱਕ ਗੱਲ ਬੜੀ ਖਾਸ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੇ ਮੁਲਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਦਿੱਲੀ ਦਰਬਾਰ ਵੱਲ ਇੱਕ ਚਿੱਠੀ ਭੇਜੀ ਕਿ ਅੱਜ ਤੋਂ ਬਾਅਦ ਜਿਹੜਾ ਲਾਹੌਰ ਤੇ ਮੁਲਤਾਨ ਹੈ ਉਹ ਅਫਗਾਨਿਸਤਾਨ ਦੀ ਬਾਦਸ਼ਾਹਤ ਹੈ। ਤੇ ਲਾਹੌਰ ਦਰਬਾਰ ਨੇ, ਕਿਉਂਕਿ ਹੈਰਾਨੀ ਹੁੰਦੀ ਇਸ ਗੱਲ ਤੇ ਕਈ ਵਾਰ, ਵਾਹਿਗੁਰੂ, ਦਿੱਲੀ ਦਰਬਾਰ ਨੇ ਇਹ ਗੱਲ ਲਿਖ ਕੇ ਪ੍ਰਮਾਣ ਕਰ ਲਈ, ਲਿਖ ਕੇ ਦੇ ਦਿੱਤੀ ਕਿ ਅੱਜ ਤੋਂ ਬਾਅਦ ਲਾਹੌਰ ਤੇ ਮੁਲਤਾਨ ਜਿਹੜਾ ਹੈ ਉਹ ਹਿੰਦੁਸਤਾਨ ਦੀ ਸਰਜ਼ਮੀ ਨਹੀਂ ਹੈ, ਉਹ ਅੱਜ ਤੋਂ ਬਾਅਦ ਅਫਗਾਨਿਸਤਾਨ ਦੇ ਨਾਲ ਹੈ, ਲਾਹੌਰ ਤੇ ਮੁਲਤਾਨ। ਇਹਨੇ ਕੈਦ ਕਰ ਲਿਆ। ਮੀਰ ਮਨੂੰ ਨੂੰ ਪੁੱਛਿਆ ਵੀ ਕੀ ਤੈਨੂੰ ਸਜ਼ਾ ਦਿੱਤੀ ਜਾਵੇ। ਖੈਰ ਇਹਨੇ ਫਿਰ ਬਖਸ਼ਿਆ ਮੀਰ ਮਨੂੰ ਨੂੰ। ਬਖਸ਼ਣ ਤੋਂ ਬਾਅਦ ਇਹਨੇ ਮੀਰ ਮਨੂੰ ਨੂੰ ਹੀ ਆਪਣਾ ਜੋ ਲਾਹੌਰ ਤੇ ਮੁਲਤਾਨ ਦਾ ਗਵਰਨਰ ਬਣਾ ਦਿੱਤਾ। ਅੱਗੇ ਮੀਰ ਮਨੂੰ ਦਿੱਲੀ ਵੱਲੋਂ ਲਾਹੌਰ ਦਾ ਗਵਰਨਰ ਸੀ, ਸੂਬੇਦਾਰ ਸੀ। ਹੁਣ ਮੀਰ ਮਨੂੰ ਅਫਗਾਨਿਸਤਾਨ ਵੱਲੋਂ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਬਣ ਗਿਆ। ਇੱਥੋਂ ਤੱਕ ਆਪਾਂ ਕੱਲ ਜਿਹੜਾ ਇਤਿਹਾਸ ਉਹ ਵਿਚਾਰਿਆ ਹੈ। ਹੁਣ ਅਗਲਾ ਇਤਿਹਾਸ ਆਪਾਂ ਵਿਚਾਰਨਾ। ਇਸ ਤੋਂ ਪਹਿਲਾਂ ਗੁਰੂ ਫਤਿਹ ਦੀ ਆਪ ਜੀ ਕਰੋ ਸਾਂਝ ਤੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮਨੂੰ ਨੂੰ ਦੋਵਾਂ ਦਾ ਸੂਬੇਦਾਰ ਬਣਾ ਦਿੱਤਾ, ਮੁਲਤਾਨ ਦਾ ਵੀ ਤੇ ਲਾਹੌਰ ਦਾ ਵੀ। ਇੱਥੇ ਲੇਖਕ ਨੇ ਸਾਨੂੰ ਇੱਕ ਗੱਲ ਜ਼ਰੂਰ ਦੱਸੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਦਾ ਜਨਮ ਜਿਹੜਾ ਮੁਲਤਾਨ ਵਿੱਚ ਹੋਇਆ ਸੀ। ਇਹਦਾ ਇੱਕ ਕਾਰਨ ਸੀ ਕਿ ਉਹਦਾ ਮੁਲਤਾਨ ਨਾਲ ਲਗਾਓ, ਉਹਦਾ ਮੁਲਤਾਨ ਵੱਲ ਖਿੱਚ ਜ਼ਿਆਦਾ ਹੋਣੀ ਸੀ। ਪਰ ਮੈਂ ਅੱਜ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਬਾਰੇ ਪੜ੍ਹ ਰਿਹਾ ਸੀ ਨਾ, ਇਹਨੂੰ ਅਹਿਮਦ ਸ਼ਾਹ ਦੁਰਾਨੀ ਵੀ ਕਿਹਾ ਗਿਆ ਹੈ, ਅਹਿਮਦ ਸ਼ਾਹ ਅਬਦਾਲੀ ਵੀ ਕਿਹਾ ਗਿਆ। ਜ਼ਿਆਦਾਤਰ ਜਿਹੜੇ ਇਤਿਹਾਸਕ ਸਰੋਤ ਨੇ ਉਹ ਅਹਿਮਦ ਸ਼ਾਹ ਅਬਦਾਲੀ ਦਾ ਜਨਮ ਅਫਗਾਨਿਸਤਾਨ ਹੀ ਦੱਸਦੇ ਨੇ ਵੀ ਇਹਦਾ ਜਨਮ ਅਫਗਾਨਿਸਤਾਨ ਵਿੱਚ ਹੀ ਹੋਇਆ। ਇੱਥੇ ਮੈਂ ਪੜ੍ਹ ਵੀ ਰਿਹਾ ਸੀ ਕਿ ਇਹਦਾ ਜਨਮ ਮੁਲਤਾਨ ਵਿੱਚ ਹੋਇਆ, ਤਾਂ ਇਹਦੀ ਖਿੱਚ ਮੁਲਤਾਨ ਨਾਲ ਜ਼ਿਆਦੀ ਸੀ ਤੇ ਲਾਹੌਰ ਮੁਲਤਾਨ ਆਪਣੇ ਰਾਜ 'ਚ ਇਹਨੇ ਮਿਲਾਇਆ। ਤੇ ਇਹਨੇ ਕੀ ਕੀਤਾ ਕਿ ਲਾਹੌਰ ਤੇ ਮੁਲਤਾਨ ਨੂੰ ਆਪਣੇ ਰਾਜ ਵਿੱਚ ਮਿਲਾ ਕੇ ਨਾ ਆਪਣੀ ਨਸਲ ਦੇ ਬੜੇ ਸੱਦੋਜ਼ਈ ਜਿਹੜੇ ਪਠਾਨ ਸਨ ਨਾ, ਉਹਨਾਂ ਨੂੰ ਇਹਨੇ ਜ਼ਮੀਨ ਦੇ ਕੇ ਤੇ ਮੁਲਤਾਨ ਵਿੱਚ ਵਸਾ ਦਿੱਤਾ। ਵੇਖੋ ਆਪਣੀ ਨਸਲ ਨੂੰ, ਆਪਣੀ ਕੌਮ ਨੂੰ ਅੱਗੇ ਲੈ ਕੇ ਜਾਣ ਦਾ ਤਰੀਕਾ ਕਿੱਡੇ ਕਮਾਲ ਦਾ ਸੀ। ਇਹਨੇ ਕੀ ਕੀਤਾ ਕਿ ਆਪਣੇ ਬੰਦੇ ਉਧਰੋਂ ਬੁਲਾਏ ਤੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਮੁਲਤਾਨ ਤੇ ਉਹਨਾਂ ਨੂੰ ਉੱਥੇ ਵਸਾ ਦਿੱਤਾ ਇਹਨੇ। ਇਸੇ ਸਮੇਂ ਨਾ ਅਬਦਾਲੀ ਨੇ ਆਪਣੇ ਜਰਨੈਲ ਅਬਦੁੱਲਾ ਖਾਨ ਸੀ ਉਹਦਾ ਨਾਂ, ਉਸੇ ਵੇਲੇ ਜਦੋਂ ਲਾਹੌਰ ਤੇ ਮੁਲਤਾਨ ਇਹਨੇ ਜਿੱਤਿਆ ਨਾ, ਉਦੋਂ ਹੀ ਆਪਣਾ ਇੱਕ ਜਰਨੈਲ ਸੀ ਇਹਦੇ ਨਾਲ, ਉਹਦਾ ਨਾਂ ਸੀ ਅਬਦੁੱਲਾ ਖਾਨ। ਉਹਨੂੰ ਭੇਜ ਕੇ ਇਹਨੇ ਕਸ਼ਮੀਰ ਫਤਿਹ ਕਰ ਲਿਆ, ਇਹਨੇ ਕਸ਼ਮੀਰ ਜਿੱਤ ਲਿਆ ਤੇ ਆਪਣੇ ਰਾਜ ਨਾਲ ਮਿਲਾ ਕੇ
ਉੱਥੋਂ ਦਾ ਸੂਬੇਦਾਰ ਇਹਨੇ ਦੀਵਾਨ ਸੁਖਜੀਵਨ ਮੱਲ ਨੂੰ ਬਣਾਇਆ। ਵੇਖੋ ਉਸੇ ਵੇਲੇ ਜਦੋਂ ਲਾਹੌਰ ਤੇ ਮੁਲਤਾਨ ਜਿੱਤਿਆ ਨਾ, ਇਹਨੇ ਉਦੋਂ ਹੀ ਇਹਨੇ ਕਸ਼ਮੀਰ ਵੱਲ ਆਪਣੀਆਂ ਫੌਜਾਂ ਭੇਜੀਆਂ ਤੇ ਇਹਨੇ ਅਬਦੁੱਲਾ ਖਾਨ ਨੂੰ ਭੇਜ ਕੇ ਕਸ਼ਮੀਰ ਵੀ ਜਿੱਤ ਲਿਆ। ਕਸ਼ਮੀਰ ਦਾ ਇਹਨੇ ਦੀਵਾਨ ਸੁਖਜੀਵਨ ਮੱਲ ਨੂੰ ਬਣਾਇਆ। ਨਵੇਂ ਮੱਲੇ ਤਿੰਨਾਂ ਸੂਬਿਆਂ ਦਾ ਪ੍ਰਬੰਧ ਕਰਕੇ ਤਿੰਨੇ ਸੂਬੇ ਲਾਹੌਰ, ਮੁਲਤਾਨ ਤੇ ਕਸ਼ਮੀਰ ਤਿੰਨੇ ਜਿੱਤ ਲਏ। ਤਿੰਨਾਂ ਦਾ ਪ੍ਰਬੰਧ ਕਰਕੇ ਅਬਦਾਲੀ ਲਾਹੌਰੋਂ ਹੀ ਵਾਪਸ ਕੰਧਾਰ ਨੂੰ ਮੁੜ ਗਿਆ। ਇਹ ਅੱਗੇ ਨਹੀਂ ਗਿਆ, ਇਸ ਹਮਲੇ ਤੇ ਅੱਗੇ ਨਹੀਂ ਗਿਆ। ਵੈਸੇ ਮੈਂ ਫਿਰ ਤੁਹਾਨੂੰ ਇੱਕ ਵਾਰੀ ਦੁਬਾਰਾ ਦੱਸਾਂ, ਲਾਹੌਰ ਤੇ ਕਬਜ਼ਾ ਕਰਨ ਤੋਂ ਪਹਿਲਾਂ, ਕਿਉਂਕਿ ਇਹਨੇ ਬੜਾ ਸਮਾਂ ਲਾਹੌਰ ਨੂੰ ਘੇਰਾ ਪਾ ਕੇ ਰੱਖਿਆ ਤੇ ਆਸੇ ਪਾਸੇ 50 ਮੀਲ ਤੱਕ, ਲਾਹੌਰ ਦੇ ਚਾਰੇ ਪਾਸੇ 50 ਮੀਲ ਤੱਕ ਇਹਨੇ ਸਭ ਕੁਝ ਉਜਾੜ ਦਿੱਤਾ। ਪਿੰਡ ਕੋਈ ਨਹੀਂ ਛੱਡਿਆ ਸੀ, ਪਿੰਡ ਥੇ ਬਣਾ ਦਿੱਤੇ। 50 ਮੀਲ ਤੱਕ ਕਹਿੰਦੇ ਕਿਤੇ ਦੀਵਾ ਜਗਦਾ ਨਹੀਂ ਸੀ ਦਿਸਦਾ। ਅਬਦਾਲੀ ਨੇ ਇਹ ਕੁਝ ਕੀਤਾ ਹੈ। ਉੱਥੋਂ ਹੀ ਉਹ ਫਿਰ ਵਾਪਸ ਹੀ ਮੁੜ ਗਿਆ ਕੰਧਾਰ ਵੱਲ। ਉਧਰ ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਵੱਲੋਂ ਲਾਹੌਰ ਤੇ ਮੁਲਤਾਨ ਦਾ ਹਾਕਮ ਬਣ ਗਿਆ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੂੰ ਲਾਹੌਰ ਵੀ ਦੇਗਾ ਤੇ ਮੁਲਤਾਨ ਵੀ ਬਣ ਗਿਆ। ਸਰਕਾਰ ਦਿੱਲੀ ਤੇ ਅਫਗਾਨਿਸਤਾਨ ਦੇ ਝਮੇਲਿਆਂ ਵੱਲੋਂ ਉਹ ਬੇਫਿਕਰ ਹੋ ਗਿਆ। ਵੇਖੋ ਮੀਰ ਮੰਨੂ ਪਹਿਲੋਂ ਇੱਕ ਡਰ ਸੀ ਉਹਦੇ ਅੰਦਰ ਕਿ ਅਹਿਮਦ ਸ਼ਾਹ ਅਬਦਾਲੀ ਹਮਲਾ ਕਰੇਗਾ, ਇੱਕ ਡਰ ਉਹਦੇ ਅੰਦਰ ਸੀ ਕਿ ਲਾਹੌਰ, ਵਾਹਿਗੁਰੂ, ਇੱਕ ਡਰ ਸੀ ਉਹਦੇ ਅੰਦਰ ਕਿ ਦਿੱਲੀ ਦਰਬਾਰ, ਜਿਹੜਾ ਦਿੱਲੀ ਦੀ ਬਾਦਸ਼ਾਹਤ ਵੀ ਮੈਨੂੰ ਕੁਚਲਣ ਦੇ ਵਾਸਤੇ ਤਿਆਰ ਹੈ। ਦੋ ਪਾਸੋਂ ਡਰ ਕੇ ਬੈਠਾ ਸੀ। ਇਸ ਕਰਕੇ ਉਹ ਸਿੱਖਾਂ ਦੇ ਨਾਲ ਸੀ, ਸਿੱਖਾਂ ਦੀ ਮਦਦ ਲੈ ਰਿਹਾ ਸੀ। ਹੁਣ ਦਿੱਲੀ ਨੇ ਲਿਖ ਕੇ ਦੇ ਦਿੱਤਾ ਕਿ ਲਾਹੌਰ ਤੇ ਮੁਲਤਾਨ ਸਾਡੀ ਜ਼ਮੀਨ ਨਹੀਂ ਹੈ ਤੇ ਅਫਗਾਨਿਸਤਾਨ ਦੇ ਨਾਲ ਰਲ ਗਿਆ। ਅਹਿਮਦ ਸ਼ਾਹ ਅਬਦਾਲੀ ਦਾ ਡਰ ਸੀ, ਅਹਿਮਦ ਸ਼ਾਹ ਅਬਦਾਲੀ ਇਹਨੂੰ ਸ਼ਾਸਕ ਬਣਾ ਕੇ ਚਲਾ ਗਿਆ। ਹੁਣ ਡਰ ਦੋਵੇਂ ਪਾਸਿਆਂ ਦਾ ਇਹਦੇ ਕੋਲ ਖਤਮ ਹੋ ਗਿਆ, ਕਿਉਂਕਿ ਪਹਿਲੀ ਸਰਕਾਰ ਨਾਲੋਂ ਉਹਦਾ ਵਾਸਤਾ ਟੁੱਟ ਗਿਆ ਤੇ ਦੂਜੀ ਦੀ ਉਹਨੇ ਈਨ ਮੰਨ ਲਈ। ਪਹਿਲੀ ਨਾਲ ਟੁੱਟ ਗਿਆ ਦਿੱਲੀ ਨਾਲੋਂ ਤੇ ਅਫਗਾਨਿਸਤਾਨ ਦੀ ਉਹਨੇ ਈਨ ਮੰਨ ਲਈ, ਅਧੀਨਗੀ ਮੰਨ ਲਈ। ਹੁਣ ਉਹਨੂੰ ਫਿਕਰ ਰਹਿ ਗਿਆ ਸੀ ਤੇ ਦੇਸ਼ ਦੇ ਅੰਦਰੂਨੀ ਅਮਨ ਦਾ। ਉਹ ਆਪਣੇ ਇਰਾਦੇ ਅਨੁਸਾਰ ਇਸ ਕੰਮ ਤੇ ਲੱਕ ਬੰਨ ਕੇ ਲੱਗ ਗਿਆ। ਹੁਣ ਦੋ ਪਾਸੇ ਦਾ ਫਿਕਰ ਨਹੀਂ ਰਹਿ ਗਿਆ। ਹੁਣ ਉਹਨੂੰ ਇਹ ਫਿਕਰ ਹੋ ਗਿਆ ਕਿ ਜਿਹੜਾ ਅੰਦਰਲੇ ਹਾਲਾਤ ਨੇ ਨਾ ਲਾਹੌਰ ਦੇ, ਮੁਲਤਾਨ ਦੇ, ਇਹਦੇ ਆਸੇ ਪਾਸੇ ਦੇ, ਮੈਂ ਉਹਨਾਂ ਨੂੰ ਠੀਕ ਕਰਾਂ ਵੀ ਕੋਈ ਮੇਰੇ ਵਿਰੁੱਧ ਸਿਰ ਚੱਕਣ ਵਾਲਾ ਨਾ ਹੋਵੇ। ਹੁਣ ਮੰਨੂ, ਮੀਰ ਮੰਨੂ ਤੇ ਸਿੱਖਾਂ ਦੇ ਮਿਲਾਪ ਦਾ ਵਸੀਲਾ ਕੇਵਲ ਕੌੜਾ ਮੱਲ ਹੀ ਸੀ। ਉਹ ਚੜ੍ਹਾਈ ਕਰ ਗਿਆ ਸੀ, ਉਹਨੂੰ ਕਤਲ ਕਰ ਦਿੱਤਾ ਗਿਆ। ਹੁਣ ਤੇ ਮੰਨੂ ਦੇ ਦਰਬਾਰ ਵਿੱਚ ਉਹਨਾਂ ਲੋਕਾਂ ਦਾ ਬੋਲਬਾਲਾ ਸੀ ਜੋ ਸਿੱਖਾਂ ਨੂੰ ਕਾਫਰ ਸਮਝ ਕੇ ਖਤਮ ਕਰਨਾ ਚਾਹੁੰਦੇ ਸਨ। ਵੇਖੋ ਕੌੜਾ ਮੱਲ ਵਾਰ-ਵਾਰ ਮੀਰ ਮੰਨੂ ਨੂੰ ਸਮਝਾਉਂਦਾ ਸੀ ਕਿ ਸਿੱਖਾਂ ਵੱਲ ਵੇਖਣ ਦੀ ਲੋੜ ਨਹੀਂ। ਹੁਣ ਕੌੜਾ ਮੱਲ ਸ਼ਹੀਦ ਹੋ ਗਿਆ, ਕੌੜਾ ਮੱਲ ਨੂੰ ਮਾਰ ਦਿੱਤਾ ਇਹਨਾਂ ਨੇ। ਕੌੜਾ ਮੱਲ ਦੇ ਮਰਨ ਤੋਂ ਬਾਅਦ ਹੁਣ ਉਹੀ ਦਰਬਾਰ ਵਿੱਚ ਰਹਿ ਗਏ ਜਿਹੜੇ ਕਹਿੰਦੇ ਸੀ ਕਿ ਮੀਰ ਮੰਨੂ ਜੇ ਤੈਨੂੰ ਕੋਈ ਖਤਮ ਕਰ ਸਕਦਾ ਹੈ ਤੇ ਸਿੱਖ ਹੀ ਕਰ ਸਕਦੇ ਨੇ। ਹੁਣ ਵੇਖੋ ਧਿਆਨ ਇੱਕੋ ਪਾਸੇ ਹੋ ਗਿਆ। ਮੰਨੂ ਆਪ ਵੀ ਬੜਾ ਤਸਬੀ ਸੁਭਾਅ ਦਾ ਸੀ। ਤਸਬੀ ਦਾ ਮਤਲਬ ਹੁੰਦਾ ਹੈ ਧਾਰਮਿਕ। ਇਸਲਾਮ ਗੱਲ ਕਹਿਣੀ ਬਣਦੀ ਹੈ ਕਿਉਂਕਿ ਜੋ ਗੱਲ ਸੱਚ ਹੈ ਉਹ ਸੱਚ ਹੈ। ਇਸਲਾਮ ਜਿਹੜਾ ਹੈ ਨਾ, ਉਹ ਹਮੇਸ਼ਾ ਹੀ ਇਹ ਗੱਲ ਚਾਹੁੰਦਾ ਰਿਹਾ ਹੈ ਕਿ ਇਸ ਦੁਨੀਆ ਦੇ ਉੱਤੇ ਇੱਕੋ ਧਰਮ ਹੋਵੇ ਤੇ ਉਹ ਇਸਲਾਮ ਹੋਵੇ। ਇਸ ਦੁਨੀਆ ਤੇ ਕੋਈ ਦੂਜਾ ਧਰਮ ਨਾ ਹੋਵੇ। ਤਸਬੀ ਦਾ ਮਤਲਬ ਇਹ ਆ ਕਿ ਜਿਹੜਾ ਸਿਰਫ ਆਪਣੇ ਧਰਮ ਨੂੰ ਹੀ ਚਾਹੁੰਦਾ, ਦੂਜਿਆਂ ਨੂੰ ਕਹਿੰਦਾ ਕਿ ਖਤਮ ਕਰ ਦਿਆ। ਇੱਥੇ ਬੜੀ ਕਮਾਲ ਦੀ ਗੱਲ ਮੈਨੂੰ ਇੱਕ ਚੇਤੇ ਆਈ। ਕਹਿੰਦੇ ਇੱਕ ਕਮਲੀ ਤੇ ਦੂਜੀ ਮੜੀਆਂ ਦੇ ਸਿਵਿਆਂ ਦੇ ਰਾਹ ਪੈ ਗਈ ਤੇ ਸੁੱਖ ਕਿਵੇਂ ਰਹੇਗਾ। ਇਹ ਹਾਲਾਤ ਮੀਰ ਮੰਨੂ ਦੇ ਬਣ ਗਏ ਸੀ ਉਦੋਂ। ਮੁਲਾਣਿਆਂ ਤੇ ਫੌਜਦਾਰਾਂ ਨੇ ਮੰਨੂ ਨੂੰ ਬੜਾ ਭੜਕਾਇਆ ਤੇ ਅਬਦਾਲੀ ਸਾਹਮਣੇ ਹਾਰ ਜਾਣ ਦਾ ਕਾਰਨ ਵੀ ਉਹਨਾਂ ਨੇ ਸਿੱਖਾਂ ਨੂੰ ਹੀ ਦੱਸਿਆ। ਜਿਹੜੇ ਮੁੱਲੇ ਦੇ ਨਾਲ ਸਨ, ਜਿਹੜੇ ਸਿੱਖਾਂ ਦੇ ਵਿਰੋਧੀ ਨੇ, ਉਹਨਾਂ ਆਖਿਆ ਕਿ ਅਹਿਮਦ ਮੀਰ ਮੰਨੂ, ਜੇ ਅੱਜ ਤੂੰ ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ ਹਾਰਿਆ ਹੈ ਤੇ ਤੇਰੀ ਹਾਰ ਦਾ ਕਾਰਨ ਵੀ ਸਿੱਖ ਹੀ ਨੇ। ਉਹ ਕਹਿੰਦੇ ਕਿ ਜੇ ਸਿੱਖ ਦਿਲ ਡਾਹ ਕੇ ਲੜਦੇ ਤਾਂ ਲੜਾਈ ਦੇ ਅੱਧ ਵਾਟਿਓਂ ਹੀ ਸਾਡਾ ਸਾਥ ਛੱਡ ਕੇ ਨਾ ਜਾਂਦੇ ਤੇ ਅਸੀਂ ਜ਼ਰੂਰ ਜਿੱਤ ਜਾਂਦੇ। ਇੱਕ ਗੱਲ ਥੋੜੀ ਜਿਹੀ ਧਿਆਨ ਨਾਲ ਸਮਝਿਓ, ਚਾਹੇ ਇਹਦੇ ਵਜ਼ੀਰ ਜਿਹੜੇ ਨੇ ਉਹ ਸਿੱਖਾਂ ਦੇ ਬਾਰੇ ਮੰਦਾ ਬੋਲ ਰਹੇ ਨੇ, ਮਾੜਾ ਬੋਲ ਰਹੇ ਨੇ, ਪਰ ਫਿਰ ਵੀ ਉਹ ਸਿਫਤ ਕਰਦੇ ਪਏ ਨੇ। ਇਹਦੇ ਅੰਦਰ ਇੱਕ ਸਿਫਤ ਹੈ ਕਿ ਜੇ ਸਿੱਖ ਸਾਨੂੰ ਛੱਡ ਕੇ ਨਾ ਜਾਂਦੇ ਤੇ ਅਸੀਂ ਇਹ ਜੰਗ ਜਿੱਤ ਜਾਣੀ ਸੀ, ਕਿ ਸਿੱਖਾਂ ਦੇ ਸਾਡੇ ਨਾਲ ਨਾ ਹੋਣ ਕਰਕੇ ਇਸ ਜੰਗ ਨੂੰ ਅਸੀਂ ਹਾਰ ਗਏ। ਮੀਰ ਮੰਨੂ ਨੇ ਇਹ ਗੱਲਾਂ ਦਿਲ 'ਚ ਵਸਾ ਲਈਆਂ ਤੇ ਆਪਣੇ ਰਾਜ ਵਿੱਚ ਅਮਨ ਦਾ ਨਿਰਭਰ ਉਹਨੇ ਸਿੱਖਾਂ ਦੀ ਤਬਾਹੀ ਤੇ ਮਿੱਥ ਲਿਆ। ਉਹਨੇ ਮਿੱਥ ਲਿਆ ਕਿ ਜੇ ਸਿੱਖ ਮੈਂ ਖਤਮ ਕਰ ਦਿਆਂਗਾ ਤੇ ਮੇਰੇ ਰਾਜ ਵਿੱਚ ਅਮਨ ਹੋਏਗਾ। ਜਿੰਨਾ ਚਿਰ ਮੈਂ ਸਿੱਖ ਖਤਮ ਨਹੀਂ ਕਰਾਂਗਾ ਉਹਨਾਂ ਚਿਰ ਮੇਰੇ ਰਾਜ ਦੇ ਵਿੱਚ ਅਮਨ ਨਹੀਂ ਆ ਸਕਦਾ। ਉਸਨੇ ਸਿੱਖਾਂ ਦੀ ਜ਼ਗੀਰ ਜ਼ਬਤ ਕਰ ਲਈ। ਆਪਾਂ ਪਿੱਛੇ ਵਿਚਾਰਿਆ ਹੈ
कि ਜਿਹੜੀਆਂ ਜਗੀਰਾਂ ਦਿੱਤੀਆਂ ਸਨ, ਪੱਟੀ ਦਾ ਅੱਧਾ ਮਾਮਲਾ ਤੇ ਅੰਮ੍ਰਿਤਸਰ ਸਾਹਿਬ ਦੇ ਨਾਲ 12 ਪਿੰਡ ਜਿਹੜੇ ਸਨ, ਇਹਨਾਂ ਦਾ ਮਾਮਲਾ ਦਰਬਾਰ ਸਾਹਿਬ ਨੂੰ ਦੇ ਦਿੱਤਾ ਸੀ ਉਹਨੇ। ਉਹਨੇ ਸਾਰੀ ਜਗੀਰ ਜਿਹੜੀ ਸੀ ਉਹਨੇ ਜ਼ਬਤ ਕਰ ਲਈ ਤੇ ਵੇਖੋ ਹੁਕਮ ਕੀ ਦਿੱਤਾ, ਥੋੜਾ ਧਿਆਨ ਨਾਲ ਸੁਣਿਓ। ਇਹਨੇ ਆਖਿਆ ਕਿ ਹਰ ਕੇਸਾਧਾਰੀ ਜਿਹੜਾ ਹੈ ਨਾ ਉਹਦਾ ਕਤਲ ਕਰ ਦਿੱਤਾ ਜਾਏ, ਜਿਹਦੇ ਕੇਸ ਰੱਖੇ ਨੇ, ਜਿਹਦੇ ਸਿਰ ਤੇ ਜੂੜਾ ਹੈ, ਉਹਦਾ ਕਤਲ ਕਰ ਦਿੱਤਾ ਜਾਏ। ਇਹ ਬੜੀ ਵੱਡੀ ਗੱਲ ਸੀ ਵੀ ਉਹਨੂੰ ਫੜਿਆ ਨਾ ਜਾਵੇ। ਇੱਕ ਇਹ ਕਿ ਜੋ ਸਰਕਾਰ ਦਾ ਵਿਰੋਧੀ ਉਹਨੂੰ ਫੜ ਲਿਆ ਜਾਏ, ਇੱਕ ਇਹ ਹੁੰਦਾ ਹੈ ਕਿ ਜਿਹੜਾ ਸਰਕਾਰ ਦਾ ਵਿਰੋਧੀ ਹੈ, ਜਿਹਦੇ ਸਿਰ ਤੇ ਕੇਸ ਨੇ ਜੂੜਾ, ਉਹਨੂੰ ਫੜਨਾ ਨਹੀਂ, ਉਹਨੂੰ ਕੈਦ ਨਹੀਂ ਕਰਨਾ, ਉਹਨੂੰ ਕਤਲ ਹੀ ਕਰ ਦਿਓ, ਬਸ ਗੱਲ ਹੀ ਖਤਮ ਕਰ ਦਿਓ। ਕਿੱਡੀ ਵੇਖ ਲਓ ਕਿਸ ਤਰ੍ਹਾਂ ਦੀ ਗੱਲ ਹੈ। ਸਿੱਖਾਂ ਨੇ ਇਲਾਕੇ ਵਿੱਚ ਲੁੱਟਮਾਰ ਕਰਨੀ ਆਰੰਭ ਕਰ ਦਿੱਤੀ। ਸਾਰੇ ਦੇਸ਼ ਵਿੱਚ ਫਿਰ ਰੌਲਾ ਪੈ ਗਿਆ ਜਦੋਂ ਸਿੱਖਾਂ ਕੋਲੇ ਹੁਕਮ ਗੱਲ ਪਹੁੰਚੀ ਕਿ ਇਹਨੇ ਕੇਸਾਧਾਰੀ ਹਰ ਇੱਕ ਬੰਦੇ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ, ਤੇ ਸਿੱਖ ਵੀ ਸਿੱਧੇ ਹੋ ਗਏ, ਫਿਰ ਰੌਲਾ ਪੈ ਗਿਆ ਸਾਰੇ ਦੇਸ਼ ਵਿੱਚ। ਪੁਰਾਣੇ ਸਾਰੇ ਸੂਬੇਦਾਰਾਂ ਨਾਲੋਂ ਮੀਰ ਮੰਨੂ ਬਲਵਾਨ ਤੇ ਸਖਤ ਸੁਭਾਅ ਦਾ ਸੀ। ਪਹਿਲਾਂ ਜਿੰਨੇ ਵੀ ਸੂਬੇਦਾਰ ਹੋਏ ਲਾਹੌਰ ਦੇ, ਉਹਨੇ ਸਿੱਖਾਂ ਦੀ ਤਬਾਹੀ ਦੀ ਸਹੁੰ ਖਾ ਲਈ। ਸਿੱਖਾਂ ਤੇ ਉਹਨਾਂ ਦੇ ਬੱਚਿਆਂ ਤੇ ਇਸਤਰੀਆਂ ਦੇ ਕਤਲ ਦਾ ਹੁਕਮ ਦੇ ਕੇ ਉਹਨੇ ਸਾਰੇ ਇਲਾਕੇ ਵਿੱਚ ਗਸ਼ਤੀ ਫੌਜ ਚੜਾ ਦਿੱਤੀ। ਉਹਨੇ ਆਖਿਆ ਵੀ ਸਿੱਖ ਉਹਨਾਂ ਦੀਆਂ ਇਸਤਰੀਆਂ ਵੀ ਨਹੀਂ ਛੱਡਣੀਆਂ ਤੇ ਉਹਨਾਂ ਦੇ ਬੱਚੇ ਵੀ ਨਹੀਂ ਛੱਡਣੇ। ਕਿਸੇ ਕੌਮ ਦੇ ਨਾਲ ਸ਼ਾਇਦ ਹੀ ਪੂਰੀ ਦੁਨੀਆ ਵਿੱਚ ਜਿੰਨੀਆਂ ਵੀ ਕੌਮਾਂ ਨੇ, ਸ਼ਾਇਦ ਹੀ ਕਿਸੇ ਕੌਮ ਦੇ ਨਾਲ ਇਹ ਕੁਝ ਹੋਇਆ ਹੈ ਅੱਜ ਤੱਕ। ਉਹਨੇ ਹੁਕਮ ਦੇ ਦਿੱਤਾ, ਫੌਜਾਂ ਭੇਜ ਦਿੱਤੀਆਂ, ਫੌਜਾਂ ਦੀਆਂ ਟੁਕੜੀਆਂ ਭੇਜੀਆਂ ਵੀ ਲੱਭੋ, ਜਿੱਥੇ ਸਿੱਖ ਲੱਭਦੇ ਨੇ ਉਹਨਾਂ ਦੀਆਂ ਔਰਤਾਂ ਵੀ ਨਹੀਂ ਛੱਡਣੀਆਂ, ਉਹ ਵੀ ਕਤਲ ਕਰ ਦਿਓ, ਉਹਨਾਂ ਦੇ ਬੱਚੇ ਵੀ ਨਹੀਂ ਛੱਡਣੇ, ਉਹ ਵੀ ਕਤਲ ਕਰ ਦਿਓ। ਫੌਜਾਂ ਭੇਜੀਆਂ, ਜਿਹਦੇ ਅਫਸਰ ਮੋਮਨ ਖਾਂ ਸੀ, ਸੈयद ਜਮੀਲੂਦੀਨ ਸੀ, ਸैयद ਜਮੀਲੂਦੀਨ, ਬਖਸ਼ੀ ਗਾਜ਼ੀ ਬੇਗ, ਖਵਾਜਾ ਮਿਰਜ਼ਾ, ਇਹ ਸੀਗੇ, ਇਹ ਮੇਨ ਅਫਸਰ ਸੀ। ਇੱਕ ਦਾ ਨਾਂ ਸੀ ਮੋਮਨ ਖਾਂ, ਦੂਜਾ ਦਾ ਨਾਂ ਸੀ ਸैयद ਜਮੀਲੂਦੀਨ, ਇੱਕ ਸੀ ਬਖਸ਼ੀ ਗਾਜ਼ੀ ਬੇਗ ਤੇ ਚੌਥਾ ਖਵਾਜਾ ਮਿਰਜ਼ਾ। ਇਹ ਥਾਪੇ ਗਏ ਤੇ ਨਾਲ ਹੀ ਸਿੱਖ ਦਾ ਸਿਰ ਪੇਸ਼ ਕਰਨ ਵਾਲੇ ਨੂੰ 10 ਰੁਪਏ ਦਾ ਨਾਮ ਦੇਣ ਦਾ ਐਲਾਨ ਵੀ ਕੀਤਾ। ਇਹ ਸੋਚਣ ਵਾਲੀ ਗੱਲ ਹੈ ਤੇ ਬੜੀ ਵੱਡੀ ਗੱਲ ਹੈ। ਦੁਨੀਆ ਦੇ ਅੰਦਰ ਕੋਈ ਇਹੋ ਜਿਹੀ ਕੌਮ ਨਹੀਂ ਕਦੇ ਵੀ ਆਈ ਜਿਹਦੇ ਸਿਰਾਂ ਦਾ ਮੁੱਲ ਪਾਇਆ ਗਿਆ ਹੋਵੇ ਵੀ ਸਿੱਖ ਦਾ ਸਿਰ ਵੱਢ ਕੇ ਲਿਆਓ ਤੇ ਤੁਹਾਨੂੰ 10 ਰੁਪਏ ਦਿੱਤੇ ਜਾਣਗੇ। ਪੜ੍ਹਿਓ ਕਿਤੇ, ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਿਓ, ਹਿਸਟਰੀ ਪੜ੍ਹ ਕੇ ਵੇਖ ਲਿਓ, ਕਿਤੇ ਵੀ ਇਹੋ ਜਿਹਾ ਕਿਸੇ ਕੌਮ ਦਾ ਨਹੀਂ ਹੋਇਆ। ਕਿੱਡੀ ਰਹਿਮਤ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਏ। ਸਿੱਖ ਐਵੇਂ ਨਹੀਂ ਕਹਿੰਦੇ ਸਨ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਰ ਸਵਾਏ। ਕਹਿੰਦੇ ਸਿੱਖ ਦਾ ਸਿਰ ਪੇਸ਼ ਕਰਨ ਵਾਲੇ ਨੂੰ 10 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ। 10 ਰੁਪਏ, ਇਹ ਲਗਭਗ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ। ਉਹਨੇ ਆਪਣੇ ਇਲਾਕੇ ਦੇ ਚੌਧਰੀਆਂ ਤੇ ਪਹਾੜੀ ਰਾਜਿਆਂ ਨੂੰ ਵੀ ਬੜੇ ਸਖਤ ਹੁਕਮ ਭੇਜੇ ਕਿ ਜਿੱਥੇ ਕੋਈ ਸਿੱਖ ਜਾਂ ਸਿੱਖਾਂ ਦੇ ਬੱਚੇ ਤੇ ਇਸਤਰੀਆਂ ਮਿਲਣ, ਫੜ ਕੇ ਲਾਹੌਰ ਪਹੁੰਚਾ ਦਿੱਤੇ ਜਾਣ। ਨੂੰ ਪਤਾ ਸੀ ਜੇ ਜ਼ਿਆਦਾ ਜ਼ੋਰ ਹੋਇਆ, ਜ਼ੋਰ ਲੱਗਾ ਤੇ ਸਿੱਖ ਜਿਹੜੇ ਨੇ ਉਹ ਪਹਾੜਾਂ ਵੱਲ ਚਲੇ ਜਾਣਗੇ। ਅੱਗੇ ਵੀ ਸਿੱਖ ਏਦਾਂ ਹੀ ਕਰਦੇ ਸੀ, ਪਹਾੜਾਂ ਵੱਲ ਚਲੇ ਜਾਣਾ। ਉਹਨਾਂ ਨੇ ਪਹਾੜੀ ਰਾਜੇ ਜਿਹੜੇ ਸਨ ਉਹਨਾਂ ਨੂੰ ਵੀ ਬੜੇ ਸਖਤ ਹੁਕਮ ਭੇਜੇ, ਜਿਹੜੇ ਪਹਾੜ ਵਾਲੇ ਪਾਸੇ ਸਨ, ਵੀ ਜਿੱਥੇ ਵੀ ਮਿਲਣ, ਸਿੱਖ ਮਿਲੇ, ਉਹਦਾ ਪਰਿਵਾਰ ਮਿਲੇ, ਉਹਨੂੰ ਤੁਸੀਂ ਪਹਾੜੀ ਰਾਜਿਆਂ ਨੂੰ ਆਖਿਆ ਤੁਸੀਂ ਨਹੀਂ ਕਤਲ ਕਰਨਾ, ਮੇਰੇ ਕੋਲ ਭੇਜਣਾ ਲੈ ਫੜ ਕੇ। ਇਸ ਹੁਕਮ ਦੀ ਪਾਲਣਾ ਬੜੇ ਜ਼ੋਰ ਸ਼ੋਰ ਨਾਲ ਹੋਈ। ਸੈਂਕੜੇ ਸਿੰਘ ਫੜੇ ਹੋਏ ਰੋਜ਼ ਲਾਹੌਰ ਆਉਂਦੇ, ਸੈਂਕੜੇ ਸਿੱਖ ਰੋਜ਼ ਕੈਦ ਕਰਕੇ ਲਾਹੌਰ ਲਿਆਂਦੇ ਜਾਂਦੇ ਤੇ ਨਖਾਸ ਚੌਂਕ ਲਾਹੌਰ ਦੇ ਵਿੱਚ, ਜਿਹਦਾ ਹੁਣ ਨਾਮ ਸ਼ਹੀਦਗੰਜ ਰੱਖਿਆ ਗਿਆ, ਨਖਾਸ ਚੌਂਕ ਲਾਹੌਰ ਦੇ ਵਿੱਚ, ਉੱਥੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਤੇ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਵੇਖੋ, ਮੀਰ ਮੰਨੂ ਨੇ ਹਜ਼ਾਰਾਂ ਸਿੱਖ ਕਤਲ ਕੀਤੇ, ਕੋਈ ਦੋ ਰਾਏ ਨਹੀਂ ਇਹਦੇ ਵਿੱਚ। ਸੈਂਕੜੇ ਸਿੱਖ ਰੋਜ਼ ਫੜ ਕੇ ਆਉਂਦੇ ਤੇ ਨਖਾਸ ਚੌਂਕ ਵਿੱਚ ਕਤਲ ਕੀਤੇ ਜਾਂਦੇ ਨੇ, ਰੋਜ਼ ਹੀ ਹਜ਼ਾਰਾਂ ਸਿੱਖ। ਵੇਖੋ, ਈਦ ਦੇ ਦਿਨ ਮੀਰ ਮੰਨੂ ਨੇ ਇੱਥੇ ਹੀ 1100 ਸਿੱਖ ਕਤਲ ਕੀਤੇ। ਈਦ ਦੇ ਦਿਨ, ਇੱਕੋ ਦਿਨ, ਵੀ ਅੱਜ ਮੇਰਾ ਧਰਮ ਵੱਧ ਰਿਹਾ ਹੈ। ਕਹਿੰਦੇ ਹੋਇਆ ਕਿ ਤਸੀਹੇ ਦੇ ਕੇ ਕਤਲ ਕੀਤੇ ਜਾਂਦੇ। ਇੱਕ ਵਾਰ ਉੱਥੇ ਸਿੱਖਾਂ ਦੇ ਸਿਰ ਇੰਨੇ ਕੁ ਇਕੱਠੇ ਹੋ ਗਏ ਕਿ ਉਹਨਾਂ ਦੇ ਮੁਨਾਰੇ ਉਸਾਰੇ ਗਏ। ਮੁਨਾਰੇ ਸਮਝਦੇ ਹੋ ਵੀ ਇੰਨੇ ਕੁ ਸਿੱਖਾਂ ਦੇ ਸਿਰ ਵੱਢ ਕੇ ਲਾਹੌਰ ਨਖਾਸ ਚੌਂਕ ਤੇ ਸ਼ਹੀਦਗੰਜ ਇਕੱਠੇ ਹੋ ਗਏ ਕਿ ਉਹਨਾਂ ਦੀਆਂ ਮੁਨਾਰੇ ਮਤਲਬ ਜਿਵੇਂ ਬਿਲਡਿੰਗਾਂ ਬਣੀਆਂ ਹੁੰਦੀਆਂ ਨੇ, ਇਵੇਂ ਢੇਰ ਲਾ ਦਿੱਤੇ ਗਏ, ਬੜੇ ਉੱਚੇ ਉੱਚੇ।
ਸਿੱਖਾਂ ਦੇ ਸਿਰਾਂ ਦੇ ਨਾਲ ਖੂਹ ਭਰ ਦਿੱਤੇ ਗਏ ਤੇ ਨੀਹਾਂ ਥੱਲੇ ਦੱਬ ਕੇ, ਸਿੱਖਾਂ ਦੇ ਸਿਰ ਨੀਹਾਂ ਥੱਲੇ ਦੱਬ ਕੇ ਉੱਤੇ ਕੰਧਾਂ ਉਸਾਰ ਦਿੱਤੀਆਂ ਹੋਈਆਂ। ਅਦੀਨਾ ਬੇਗ ਦੇ ਭੇਜੇ ਹੋਏ 40-50 ਸਿੰਘ ਮੁਗਲੀਆਂ ਨਾਲ ਕੁੱਟ-ਕੁੱਟ ਕੇ ਮਾਰੇ ਗਏ। ਵੇਖੋ, ਇਨਾਮ ਲੈਣ ਲਈ ਲਾਲਚੀ ਬੰਦੇ ਮਰੇ ਹੋਏ ਸਿੰਘਾਂ ਜਾਂ ਮੁਟਿਆਰ ਬੀਬੀਆਂ ਦੇ ਕੇਸਾਂ ਵਾਲੇ ਸਿਰ ਲਿਆ ਕੇ ਲਾਹੌਰੋਂ ਨਾਮ ਲੈਂਦੇ ਰਹੇ। ਵੈਸੇ ਇੱਕ ਮੈਂ ਹੋਰ ਵੀ ਪੜ੍ਹ ਰਿਹਾ ਸੀ, ਕਈ ਕੀ ਕਰਨ ਲੱਗ ਪਏ, ਕਿਤੇ ਵੀ ਕੋਈ ਜਨਾਨੀ ਮਿਲਦੀ ਉਹਦਾ ਸਿਰ ਵੱਢ ਲੈਣਾ ਤੇ ਵੱਢ ਕੇ ਨੇਜੇ ਤੇ ਟੰਗ ਲੈਣਾ, ਕਿਉਂਕਿ ਜਨਾਨੀ ਦੀ, ਔਰਤ ਦੇ ਦਾੜੀ ਹੁੰਦੀ ਨਹੀਂ ਸੀ, ਸਿਰ ਵੱਢ ਕੇ ਲੈ ਜਾਣਾ ਤੇ ਕਹਿਣਾ ਵੀ ਅਸੀਂ ਨੌਜਵਾਨ ਸਿੱਖ ਦਾ ਕਤਲ ਕਰਕੇ ਲੈ ਕੇ ਆਏ ਆ, ਵੇਖੋ ਇਹਦੇ ਕੇਸ ਹੈਗੇ ਨੇ, ਜੇ ਇਹਦੇ ਦਾੜੀ ਨਹੀਂ ਆਈ। ਕਈਆਂ ਨੇ ਇਹ ਕੁਛ ਕਰਨਾ ਸ਼ੁਰੂ ਕਰ ਦਿੱਤਾ ਪੈਸੇ ਲੈਣ ਦੇ ਵਾਸਤੇ। ਇਹਨਾਂ ਦਿਨਾਂ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ। ਜੰਗੀ ਸਿੰਘ ਕਈ ਥਾਈਂ ਗਸ਼ਤੀ ਫੌਜ ਨਾਲ 2-2 ਹੱਥ ਕਰਦੇ ਤੇ ਜਦ ਵੈਰੀ ਦੀ ਗਿਣਤੀ ਵੱਧ ਜਾਂਦੀ ਤੇ ਜੰਗਲਾਂ ਵਿੱਚ ਜਾ ਵੜਦੇ। ਮੋਮਨ ਖਾਂ ਜੋਸ਼ ਵਿੱਚ ਆਇਆ, ਸਿੰਘਾਂ ਦੇ ਮਗਰ ਲੱਖੀ ਜੰਗਲ ਦੇ ਅੰਦਰ ਚਲਾ ਗਿਆ। ਮੋਮਨ ਖਾਂ ਅੰਦਰ ਚਲਾ ਗਿਆ। ਸਿੰਘਾਂ ਨੇ ਸ਼ਿਕਾਰ ਹੱਥ ਆਇਆ ਵੇਖ ਕੇ ਚੁਫੇਰਿਓਂ ਹੱਲਾ ਬੋਲ ਦਿੱਤਾ। ਫੌਜ ਦਾ ਬੜਾ ਭਾਰੀ ਨੁਕਸਾਨ ਹੋਇਆ ਤੇ ਮੋਮਨ ਖਾਂ ਪਿੱਛੇ ਮੁੜ ਗਿਆ। ਕਈ ਥਾਵਾਂ ਤੇ ਇਹੋ ਜਿਹੀਆਂ ਘਟਨਾਵਾਂ ਹੋਈਆਂ, ਕਿਉਂਕਿ ਸਿੱਖ ਲੜਦੇ ਲੜਦੇ ਜੰਗਲਾਂ ਵਿੱਚ ਵੜ ਸਕਦੇ ਸਨ। ਮੋਮਨ ਖਾਂ ਸੋਚਦਾ ਸੀ ਮੈਂ ਬੜਾ ਬਹਾਦਰ ਹਾਂ, ਨੱਪ ਲਿਆ ਸਿੱਖਾਂ ਨੂੰ। ਲੱਖੀ ਜੰਗਲ ਵਿੱਚ ਪਿੱਛੇ ਚਲਾ ਗਿਆ। ਸਿੱਖਾਂ ਨੇ ਸੋਚਿਆ ਵੀ ਪੈ ਗਿਆ ਘੇਰਾ, ਘੇਰ ਲਿਆ ਇਹਨੂੰ ਚਾਰੇ ਪਾਸਿਓਂ, ਕਾਬੂ ਕਰ ਲਿਆ। ਬੜਾ ਭਾਰੀ ਇਹਦਾ ਨੁਕਸਾਨ ਕੀਤਾ। ਬੜੀ ਮੁਸ਼ਕਲ ਨਾਲ ਮੋਮਨ ਖਾਂ ਆਪਣੀ ਜਾਨ ਬਚਾ ਕੇ ਉੱਥੋਂ ਨਿਕਲਿਆ। ਇਹਨਾਂ ਦਿਨਾਂ ਵਿੱਚ ਹੀ ਗਸ਼ਤੀ ਫੌਜ ਨੇ ਸੈਂਕੜੇ ਬੱਚੇ ਤੇ ਸਿੰਘਣੀਆਂ ਕੈਦ ਕਰਕੇ ਲਾਹੌਰ ਭੇਜੀਆਂ। ਨਖਾਸ ਚੌਂਕ ਵਿੱਚ ਉਹਨਾਂ ਨੂੰ ਅਨੇਕਾਂ ਤਸੀਹੇ ਦਿੱਤੇ ਗਏ। ਉਹਨਾਂ ਸਾਹਮਣੇ ਮੀਰ ਮਨੂੰ ਵੱਲੋਂ ਇੱਕ ਸ਼ਰਤ ਸੀ ਕਿ ਸਿੱਖੀ ਛੱਡੋ ਤੇ ਮੁਸਲਮਾਨ ਹੋਵੋ। ਇਸ ਤੋਂ ਇਨਕਾਰ ਕਰਨ ਉੱਤੇ ਉਹਨਾਂ ਨੂੰ ਸਖਤ ਗਰਮੀ ਵਿੱਚ ਤੰਗ ਭੋਰੇ ਅੰਦਰ ਕੈਦ ਰੱਖਿਆ ਗਿਆ, ਛੋਟੇ ਛੋਟੇ ਕਮਰਿਆਂ ਵਿੱਚ। ਜੋ ਨਾ ਫਿਰ ਹਰ ਇੱਕ ਸਿੰਘਣੀ ਨੂੰ 20 ਸੇਰ ਪੱਕੇ ਦਾਣੇ ਪੀਣ ਵਾਸਤੇ ਦਿੱਤੇ। 20 ਸੇਰ 20 kg 20 ਕਿਲੋ। ਹਰ ਔਰਤ ਨੂੰ ਕਿਹਾ ਜਾਂਦਾ 20 ਕਿਲੋ ਦਾਣੇ ਤੂੰ ਪੀਣੇ ਆ। ਚੱਕੀ ਹੁੰਦੀ ਸੀ, ਚੱਕੀ ਵਿੱਚ ਪੀਸ ਕੇ ਆਟਾ ਬਣਾਉਣਾ। ਜੋ ਨਾ ਪੀ ਸਕਦੀ ਉਹਦੀ ਛਾਤੀ ਉੱਤੇ 2 ਮਣ ਪੱਕੇ ਪੱਥਰ ਦਾ ਗੋਲਾ ਰੱਖਿਆ ਜਾਂਦਾ। ਵਾਹਿਗੁਰੂ, 2 ਮਣ 80 ਕਿਲੋ ਪੱਥਰ ਉਹਦੀ ਛਾਤੀ ਤੇ ਉਹਦੇ ਸੀਨੇ ਦੇ ਉੱਤੇ ਰੱਖ ਦਿੱਤਾ ਜਾਂਦਾ। ਉਹਦੀ ਛਾਤੀ ਉੱਤੇ 2 ਮਣ ਦਾ ਪੱਥਰ ਰੱਖਿਆ ਜਾਂਦਾ। ਖਾਣ ਵਾਸਤੇ ਹਰ ਇੱਕ ਨੂੰ ਜੌਂ ਦੇ ਆਟੇ ਦੀ, ਜਿਸ ਵਿੱਚ ਅੱਧਾ ਲੂਣ ਪਾਇਆ ਹੁੰਦਾ ਸੀ, ਅੱਧੀ ਰੋਟੀ ਤੇ ਇੱਕ ਪਿਆਲਾ ਪਾਣੀ ਅੱਠੇ ਪੈਰ ਦਿੱਤਾ ਜਾਂਦਾ ਸੀ। ਬੜੀ ਹੈਰਾਨੀ ਹੁੰਦੀ ਜਦੋਂ ਇਹ ਇਤਿਹਾਸ ਪੜ੍ਹਦੇ ਆ ਨਾ ਆਪਣਾ, ਖਾਸ ਕਰਕੇ ਸਿੱਖ ਇਤਿਹਾਸ। ਉਹਨਾਂ ਬੀਬੀਆਂ ਵੱਲ ਸੱਚਮੁੱਚ, ਉਹਨਾਂ ਮਾਵਾਂ ਵੱਲ ਧਿਆਨ ਜਾਂਦਾ ਹੈ। ਮੀਰ ਮਨੂੰ ਨੇ ਕੈਦ ਕਰਕੇ ਜੇਲ੍ਹ ਵਿੱਚ ਰੱਖ ਲਿਆ। ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਬੱਚੇ ਵੀ ਸ਼ਹੀਦ ਕੀਤੇ ਗਏ। ਮੀਰ ਮਨੂੰ ਨੇ ਕੈਦ ਕਰਕੇ ਜੇਲ੍ਹ ਵਿੱਚ ਰੱਖ ਲਈਆਂ। ਬੜੇ ਛੋਟੇ ਛੋਟੇ ਭੋਰੇ ਨੇ, ਗਰਮੀ ਉੱਤੋਂ ਬੜੀ ਹੈ। 20 ਸੇਰ 20 ਕਿਲੋ ਦਾਣੇ ਉਹਨਾਂ ਨੂੰ ਪੀਣ ਵਾਸਤੇ ਦਿੱਤੇ ਜਾਂਦੇ ਨੇ ਤੇ ਖਾਣ ਦੇ ਵਾਸਤੇ ਉਹਨਾਂ ਨੂੰ ਅੱਧੀ ਰੋਟੀ ਦਿੱਤੀ ਜਾਂਦੀ ਰੋਜ਼ ਦੀ। ਤੇ ਅੱਧੀ ਰੋਟੀ ਵੀ ਕਣਕ ਦੀ ਨਹੀਂ, ਜੌਂ ਦੀ। ਜੌਂ ਦੀ ਬਣੀ ਹੋਈ, ਜੌਂ ਦੇ ਆਟੇ ਨੂੰ ਜੌਂ ਨੂੰ ਪੀ ਕੇ ਆਟਾ ਬਣਾ ਕੇ ਉਹਦੀ ਅੱਧੀ ਰੋਟੀ, ਜਿੰਨਾ ਆਟਾ ਹੋਣਾ ਓਨਾ ਹੀ ਵਿੱਚ ਲੂਣ ਪਾ ਲੈਣਾ ਵੀ ਰੋਟੀ ਖਾਧੀ ਬਣਾ ਜਾਵੇ। ਦੇਖੋ, ਛੋਟੇ ਛੋਟੇ ਬੱਚੇ ਜਿਹੜੇ ਮਾਵਾਂ ਦਾ ਦੁੱਧ ਪੀਂਦੇ ਸੀ, ਮਾਂ ਰੋਟੀ ਖਾਏਗੀ, ਮਾਂ ਖੁਰਾਕ ਖਾਏਗੀ ਤੇ ਉਹਨੂੰ, ਉਹ ਮਾਂ ਦੀ ਛਾਤੀ ਵਿੱਚ ਦੁੱਧ ਆਏਗਾ ਨਾ ਬੱਚੇ ਦੇ ਵਾਸਤੇ। ਇਹਨੇ ਤਸੀਹੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਤੇ ਕਿਹਾ ਜਾਂਦਾ ਹੈ ਵੀ ਤੂੰ ਜਾਂ ਤੇ ਮੁਸਲਮਾਨ ਬਣ ਜਾਓ ਤੇ ਜਾਂ ਫਿਰ ਇਹ ਤਸੀਹੇ ਤੁਹਾਨੂੰ ਝੱਲਣੇ ਪੈਣਗੇ, ਜਾਂ ਮੁਸਲਮਾਨ ਬਣ ਜਾਓ। ਫਿਰ ਜਿਹੜੇ 20 ਕਿਲੋ ਦਾਣੇ ਪੀਣ ਵਾਸਤੇ ਦਿੱਤੇ ਜਾਣੇ ਨਾ, ਪੀਣ ਵਾਸਤੇ, ਤੇ ਜੇ ਕਿਸੇ ਕੋਲੋਂ 20 ਸੇਰ ਦੇ ਦਾਣੇ ਜਿਹੜੇ ਉਹ ਨਾ ਪੀਸੇ ਜਾਣੇ ਨਾ, ਉਹਦਾ ਆਟਾ ਨਾ ਪੀਸਿਆ ਜਾਣਾ, ਤੇ ਉਹਦੀ ਛਾਤੀ ਤੇ 2 ਮਣ ਦਾ ਪੱਥਰ ਰੱਖਿਆ ਜਾਂਦਾ ਸੀ। 2 ਮਣ ਭਾਵ 1 ਮਣ 40 ਕਿਲੋ ਦਾ ਹੁੰਦਾ ਹੈ। 80 ਕਿਲੋ ਦਾ ਪੱਥਰ ਉਸ ਬੀਬੀ, ਉਸ ਭੈਣ ਦੀ ਛਾਤੀ ਤੇ ਰੱਖਿਆ ਜਾਣਾ, ਇੰਨਾ ਭਾਰ ਉਹਦੇ ਉੱਤੇ ਪਾਉਣਾ ਤੇ ਫਿਰ ਉਹਨਾਂ ਨੂੰ ਕਹਿਣਾ ਵੀ ਮੁਸਲਮਾਨ ਬਣ ਜਾਓ ਤੇ ਸਭ ਕੁਝ ਬਖਸ਼ ਦਿੱਤਾ ਜਾਏਗਾ, ਜੇ ਨਾ ਮੁਸਲਮਾਨ ਬਣੋਗੀਆਂ ਤੇ ਇਹੀ ਕੁਝ ਰਹੇਗਾ। ਅੱਧੀ ਰੋਟੀ ਦਿੱਤੀ ਜਾਂਦੀ ਸੀ ਤੇ ਪਾਣੀ ਦਾ ਇੱਕੋ ਪਿਆਲਾ 8 ਪੈਰਾਂ ਪਿੱਛੋਂ ਦਿੱਤਾ ਜਾਂਦਾ ਸੀ। 8 ਪੈਰ ਭਾਵ 12 ਘੰਟਿਆਂ ਪਿੱਛੋਂ। ਭੁੱਖੇ ਬਾਲ ਗੋਦੀਆਂ 'ਚ ਵਿਲਕਦੇ,
पर सिदकी मावां भाना समझ के झल रही सन। देखो मां बच्चे विलकदे ने, भुखे ने, बच्चियां नूं कुछ नहीं मिल रहा, पर गुरु गोबिंद सिंह सच्चे पातशाह जी दीयां धीआं ने वो ਜਿਹੜੀਆਂ इन्ना दुख इन्ना कष्ट सहार के भी कह रही ने सच्चे पातशाह तेरा भाना है, तेरी रजा है, जो तू कर रहा है भला कर रहा, जो तू कर रहा चंगा कर रहा। समझो इस गल नूं। अज सानू सब कुछ मिलता भी पिया है, इत्थे गल सानू जरूर विचारनी पैनी है वाली कि अज सानू सब कुछ मिलता भी पिया। इत्थे ये नहीं असीं कहंदे उन्हां बीबियां नूं मिलदा भी कुछ नहीं सी, अज सानू सब कुछ मिलता पिया है ते असीं फिर भी सिੱਖੀ तो दूर हुंदे जांदे। अद्धी रोटी उन्हां नूं मिलनी 12 घंटिਆਂ बाद, अद्धी रोटी, अद्धी रोटी सवेरे, अद्धी रोटी रात नूं, ते उन्हां फिर कहना सच्चे पातशाह तेरा शुकर है इन्हां ते दे रिहा सानू। ਸਾਡੇ ਕੋਲ हर एक सहूलत है। अज सिखां नूं गुरु साहब ने हर एक सहूलत दित्ती। शायद दुनिया के सब तो अमीर लोगों के विच सिख ने अज, जिहड़े किसी नूं मंगदे नहीं, किसी तो हमेशा देंदे ही ने, वंडदे ही ने। सब कुछ सानू गुरु ने दिता, साडे कोल सिੱਖੀ नहीं सांभी जा रही। फिर सानू सोचना पएगा ना इस गल ते। सिरां दे मुल पै गए, नखास चौक विच हज़ारां सिख कतल कर दिते गए, मीनारां खड़ियां कर दित्तियां गईयां सिखां दे सिरां दीयां। एक एक दिन ईद वाले दिन 1100 सिर वड्डे गए सिखां दे इक्को दिन दे विच। लाहौर दे नखास चौक विच खूह, लाहौर दे जिन्ने खाली खूह सन सिखां दे सिरां नाल भर दिते गए। ਜਿਹੜੀਆਂ ਨਵੀਆਂ ਇਮਾਰਤਾਂ ਬਣਦੀਆਂ ਸਨ ਉਹਨਾਂ ਦੀਆਂ ਨੀਹਾਂ ਵਿੱਚ ਸਿੱਖਾਂ ਦੇ ਸਿਰ ਦਿੱਤੇ ਜਾਂਦੇ ਸਨ, ਉੱਤੋਂ ਨੀਹਾਂ ਚਿਣੀਆਂ ਜਾਂਦੀਆਂ ਸੀ, ਉਸਾਰੀਆਂ ਜਾਂਦੀਆਂ ਸੀ। ਤੇ ਸਿੱਖ ਕਦੇ ਵੀ ਡੋਲੇ ਨਹੀਂ। ਫਿਰ ਵੀ ਸਿੱਖਾਂ ਨੇ ਫਿਰ ਵੀ ਕਦੇ ਪਰਵਾਹ ਨਹੀਂ ਕੀਤੀ ਵੀ ਹਾਂ ਮੁਸਲਮਾਨ ਬਣ ਜਾਈਏ ਤੇ ਮੌਤ ਤੋਂ ਤੇ ਬਚਾਅ ਹੋ ਜਾਏਗਾ। ਇੱਕ ਵੀ ਇਤਿਹਾਸ ਦੇ ਅੰਦਰ ਇਹੋ ਜਿਹਾ ਜ਼ਿਕਰ ਨਹੀਂ ਮਿਲਦਾ ਕਿ ਜਿੱਥੇ ਇਹ ਗੱਲ ਆਵੇ ਕਿ ਸਿੱਖਾਂ ਕਿਸੇ ਸਿੱਖ ਨੇ ਮੁਸਲਮਾਨ ਬਣਨਾ ਤੇ ਮੰਨ ਲਿਆ ਪਰ ਆਪਣਾ ਧਰਮ ਛੱਡ ਦਿੱਤਾ। ਇਹੋ ਜਿਹਾ ਕਿਤੇ ਵੀ ਨਹੀਂ ਮਿਲੇ। ਅੱਧੀ ਰੋਟੀ ਮਿਲਦੀ ਇਹਨਾਂ ਮਾਵਾਂ ਨੂੰ, ਅੱਧੀ ਸਵੇਰੇ ਅੱਧੀ ਸ਼ਾਮ ਨੂੰ। ਬੱਚਿਆਂ ਨੂੰ ਕੀ ਖਵਾਉਣ, ਆਪ ਕੀ ਖਾਣ, ਉਹਦੇ 'ਚ ਵੀ ਅੱਧਾ ਲੂਣ, ਉਹ ਵੀ ਜੌਂ ਦੇ ਆਟੇ ਦੀ। ਕਿਹਾ ਜਾ ਰਿਹਾ ਹੈ ਕਿ ਜਾਂ ਤੇ ਮੁਸਲਮਾਨ ਬਣ ਜਾਓ ਤੇ ਜਾਂ ਫਿਰ ਇਹ ਤਸੀਹੇ ਝੱਲਣ ਲਈ ਤਿਆਰ ਹੋ। ਜਦੋਂ ਸਿੱਖਣੀਆਂ ਇਹ ਗੁਰੂ ਦੀਆਂ ਧੀਆਂ ਭਾਣੇ ਵਿੱਚ ਨੇ ਨਾ, ਤੇ ਕੀ ਮੀਰ ਮਨੂ ਨੇ ਹੁਕਮ ਦਿੱਤਾ, ਕਹਿੰਦਾ ਜੇ ਏਦਾਂ ਨਹੀਂ ਨਾ ਮੰਨਦੀਆਂ ਤੇ ਇਹਨਾਂ ਦੇ ਬੱਚੇ ਜਿਹੜੇ ਨਾ ਇਹਨਾਂ ਦੀਆਂ ਗੋਦੀਆਂ ਦੇ ਵਿੱਚੋਂ ਖੋਹ ਲਓ। ਉਹਨਾਂ ਦੇ ਸਾਹਮਣੇ ਮਾਰੇ ਗਏ ਬੱਚੇ, ਮਾਵਾਂ ਦੇ ਬੱਚੇ ਉਹਨਾਂ ਦੇ ਸਾਹਮਣੇ ਮਾਰੇ ਗਏ। ਮਾਰੇ ਕਿਵੇਂ ਗਏ? ਇੱਕ ਜਲਾਦ ਛੋਟੇ ਜਿਹੇ ਬੱਚੇ ਨੂੰ ਫੜ ਕੇ ਹਵਾ 'ਚ ਉੱਤੇ ਨੂੰ ਉਛਾਲਦਾ ਹੈ ਤੇ ਦੂਜਾ ਜਲਾਦ ਥੱਲੇ ਨੇਜਾ ਸਿੱਧਾ ਖੜਾ ਕਰ ਦਿੰਦਾ ਹੈ। ਬੱਚੇ ਦਾ ਸਰੀਰ ਉੱਤੋਂ ਹੇਠਾਂ ਆਉਂਦਾ ਹੈ, ਉਸ ਨੇਜੇ ਵਿੱਚ ਪਰੋਇਆ ਜਾਂਦਾ ਹੈ ਤੇ ਮਾਂ ਜਕਾਰਾ ਲਾਉਂਦੀ ਪਈ ਹੈ। ਮੈਂ ਤਾਂ ਹੀ ਕਹਿ ਰਿਹਾ ਸਾਨੂੰ ਅੱਜ ਸੋਚਣਾ ਪਏਗਾ ਇਸ ਗੱਲ ਨੂੰ ਕਿ ਸਾਨੂੰ ਤਾਂ ਦਿੱਤਾ ਹੀ ਗੁਰੂ ਨੇ ਬੜਾ ਕੁਛ, ਐਸ਼ੋ ਆਰਾਮ, ਹਰ ਇੱਕ ਚੀਜ਼ ਸਾਨੂੰ ਮਿਲਦੀ ਹੈ। ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ, ਕੁਛ ਵੀ ਕੋਲ ਨਹੀਂ ਹੈ, ਪਰ ਫਿਰ ਵੀ ਗੁਰੂ ਉਹਨਾਂ ਦੇ ਨਾਲ ਹੈ। ਅੱਜ ਅਸੀਂ ਰਜ਼ਾਈਆਂ 'ਚ ਸੌਂਦੇ ਹਾਂ, ਗੁਰੂ ਸਾਡੇ ਨਾਲ ਨਹੀਂ। ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਵਿੱਚ ਰਹਿੰਦੇ, ਪਰ ਗੁਰੂ ਹਮੇਸ਼ਾ ਉਹਨਾਂ ਦੇ ਨਾਲ ਸੀ। ਕਹਿੰਦੇ ਬੱਚਿਆਂ ਨੂੰ ਕਤਲ ਕੀਤਾ ਗਿਆ। ਬੱਚੇ ਦੀ ਲਹੂ ਭਰੀ ਤੜਫਦੀ ਲੋਥ ਉਹਦੀ ਲਾਸ਼ ਮਾਂ ਦੀ ਗੋਦ ਵਿੱਚ ਰੱਖ ਦਿੰਦੇ, ਪਰ ਫਿਰ ਵੀ ਉਹ ਸਿਦਕਣਾ ਕਦੇ, ਉਹ ਔਰਤਾਂ, ਉਹ ਬੀਬੀਆਂ ਕਦੇ ਧਰਮੋਂ ਨਾ ਹਾਰੀਆਂ। ਫਿਰ ਕੀ ਇਹਨਾਂ ਨੇ ਕੀਤਾ? ਬੱਚਿਆਂ ਦੇ ਕਲੇਜੇ ਕੱਢ ਕੇ ਮਾਵਾਂ ਦੇ ਮੂੰਹ ਵਿੱਚ ਪਾਏ ਗਏ। ਬੱਚਿਆਂ ਦੇ ਦਿਲ ਕੱਢੇ ਤੇ ਉਹਨਾਂ ਨੂੰ ਉਹਨਾਂ ਮਾਵਾਂ ਦੇ ਮੂੰਹ ਵਿੱਚ ਪਾਇਆ ਗਿਆ ਤੇ ਉਹਨਾਂ ਬੱਚਿਆਂ ਦੀਆਂ ਬੋਟੀਆਂ ਦੇ ਹਾਰ ਪਰੋ ਕੇ ਮਾਵਾਂ ਦੇ ਗਲ ਵਿੱਚ ਪਾ ਦਿੱਤੇ ਗਏ। ਸਦਕੇ ਉਹਨਾਂ ਮਾਵਾਂ ਦੇ ਜਿਨ੍ਹਾਂ ਇੰਨਾ ਕੁਝ ਝੱਲ ਕੇ ਵੀ ਸਿੱਖੀ ਨੂੰ ਨਿਭਾਇਆ। ਉਹ ਮਾਵਾਂ ਨੇ ਸਿੱਖੀ ਨੂੰ ਤਿਲਾਂਜਲੀ ਨਹੀਂ ਦਿੱਤੀ, ਉਹਨਾਂ ਮਾਵਾਂ ਨੇ ਸਿੱਖੀ ਨੂੰ ਛੱਡਿਆ ਨਹੀਂ। ਸਦਕੇ, ਸੱਚਮੁੱਚ ਸਦਕੇ ਉਹਨਾਂ ਮਾਵਾਂ ਦੇ। ਪੁੱਤਰ ਕਤਲ, ਬੱਚੇ ਆਪਣੇ ਕਤਲ ਕਰਵਾ ਲਏ, ਉਹਨਾਂ ਬੱਚਿਆਂ ਦੇ ਦਿਲ ਕੱਢ ਕੇ, ਉਹਨਾਂ ਮਾਵਾਂ ਦੇ ਕਲੇਜੇ ਕੱਢ ਕੇ ਉਹਨਾਂ ਮਾਵਾਂ ਦੇ ਮੂੰਹ ਵਿੱਚ ਪਾਏ ਗਏ। ਉਹਨਾਂ ਦੀਆਂ ਹੱਡੀਆਂ ਦੇ ਹਾਰ ਪਰੋ ਕੇ ਉਹਨਾਂ ਮਾਵਾਂ ਦੇ ਗਲਾਂ ਵਿੱਚ ਪਾ ਦਿੱਤੇ ਗਏ। ਉਹ ਮਾਵਾਂ ਫਿਰ ਵੀ ਸਿਦਕ ਤੋਂ ਨਹੀਂ ਹਾਰੀਆਂ, ਉਹ ਫਿਰ ਵੀ ਗੁਰੂ ਗੁਰੂ ਕਰਦੀਆਂ ਪਈਆਂ। ਕਹਿੰਦੇ ਦਿਨੋਂ ਦਿਨ ਹੀ ਇਹਨਾਂ ਕੈਦਨਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਔਰਤਾਂ ਨੂੰ ਫੜ ਫੜ ਕੇ ਸਿੱਖਾਂ ਦੀਆਂ ਨੂੰ ਲਿਆ ਰਹੇ ਸਨ, ਗਿਣਤੀ ਵੱਧਦੀ ਜਾ ਰਹੀ ਸੀ। ਜੰਗੀ ਸਿੱਖ ਤਾਂ ਲੜਦੇ ਭਿੜਦੇ ਮਨੂੰ ਦੇ ਇਲਾਕੇ ਵਿੱਚੋਂ ਦੂਰ ਨਿਕਲ ਗਏ ਸੀ।
ਹੁਣ ਸਾਰਾ ਜ਼ੋਰ ਉਹਨਾਂ ਦੇ ਪਰਿਵਾਰ ਫੜਨ ਦੇ ਉੱਤੇ ਸੀ। ਜਿਹੜੇ ਨੌਜਵਾਨ ਸਨ ਉਹ ਤੇ ਲੜਦੇ ਲੜਦੇ ਥੋੜਾ ਜਿਹਾ ਪਾਸੇ ਨੂੰ ਹੋ ਗਏ, ਹੁਣ ਪਰਿਵਾਰ ਉਹਨਾਂ ਦੇ ਤੇ ਮਗਰ ਹੀ ਨੇ। ਸਾਰਾ ਜ਼ੋਰ ਲਾਤਾ ਵੀ ਇਹਨਾਂ ਦੇ ਪਰਿਵਾਰ ਜਿਹੜੇ ਫੜਦੇ ਜਾਣ। ਜਿਸ ਬਾਬਤ ਇਹ ਸ਼ੱਕ ਪੈ ਜਾਂਦਾ ਕਿ ਉਹ ਸਿੱਖ ਜਾਂ ਉਹ ਸਿੱਖ ਹੈ ਜਾਂ ਸਿੱਖਾਂ ਦਾ ਹਮਾਇਤੀ ਹੈ, ਜਿਹਦੇ ਬਾਰੇ ਕੋਈ ਜਾ ਕੇ ਖਬਰ ਦਿੰਦਾ ਨਾ ਵੀ ਇਹ ਸਿੱਖ ਹੈ ਜਾਂ ਇਹ ਸਿੱਖਾਂ ਦੀ ਸਪੋਰਟ ਕਰਦਾ ਹੈ, ਸਿੱਖਾਂ ਦੀ ਹਮਾਇਤ ਕਰਦਾ ਹੈ, ਕਹਿੰਦੇ ਉਹਨਾਂ ਨੂੰ ਫੜ ਲਿਆ ਜਾਂਦਾ। ਉਹ ਫੜ ਲਿਆ ਜਾਂਦਾ। ਇੱਕ ਪਿੰਡ ਵਿੱਚ ਗਸ਼ਤੀ ਫੌਜ ਜਾਂਦੀ ਤਾਂ ਉਦਾਲੇ ਦੇ ਆਸੇ ਪਾਸੇ ਦੇ 10 ਪਿੰਡ ਜਿਹੜੇ ਉਹ ਵਿਹਲੇ ਹੋ ਜਾਂਦੇ ਸੀ। ਇੱਕ ਫੌਜ ਵਿੱਚ ਗਸ਼ਤੀ ਫੌਜ ਇੱਕ ਪਿੰਡ ਵਿੱਚ ਜਾਣਾ ਨਾ ਗਸ਼ਤੀ ਟੁਕੜੀ ਨੇ, ਤੇ 10 ਪਿੰਡ ਡਰਦੇ ਖਾਲੀ ਹੋ ਜਾਂਦੇ ਸਨ। ਆਸੇ ਪਾਸੇ ਦੇ ਮਾਵਾਂ ਬੱਚਿਆਂ ਨੂੰ ਲੁਕਾਉਂਦੀਆਂ ਫਿਰਦੀਆਂ ਸਨ, ਕਿਤੇ ਸਾਡੇ ਬੱਚਿਆਂ ਨੂੰ ਨਾ ਚੱਕ ਕੇ ਲੈ ਜਾਣ। ਸਿੱਖਾਂ ਦੀ ਜਿੰਨੇ ਕਤਲੇਆਮ ਮੰਨੂ ਦੇ ਸਮੇਂ ਵਿੱਚ ਹੋਈ ਨਾ, ਉਹਨੇ ਸਾਰੇ ਪਿਛਲੇ ਜ਼ੁਲਮ ਨੂੰ ਮਾਤ ਪਾ ਦਿੱਤੀ ਉਹਨੇ। ਉਸ ਵੇਲੇ ਸਿੱਖਾਂ ਵਿੱਚ ਰਵਾਇਤ ਪੈਦਾ ਹੋ ਗਈ। ਇਹ ਲੋਕ ਸਿੱਖ ਕਹਿਣ ਲੱਗ ਪਏ, ਹੱਸ ਹੱਸ ਕਹਿਣ ਲੱਗ ਪਏ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਤਿਉਂ ਤਿਉਂ ਦੂਣੇ ਹੋਏ। ਕਿ ਜਿਵੇਂ ਜਿਵੇਂ ਮੰਨੂ ਵੱਢਦਾ ਜਾ ਰਿਹਾ ਅਸੀਂ ਖਤਮ ਨਹੀਂ ਹੁੰਦੇ, ਅਸੀਂ ਦੁੱਗਣੇ ਹੁੰਦੇ ਜਾ ਰਹੇ ਹਾਂ, ਸਗੋਂ ਵੱਧਦੇ ਜਾ ਰਹੇ ਹਾਂ। ਜਿਸ ਵੇਲੇ ਇਸ ਜ਼ੁਲਮ ਦੀਆਂ ਖਬਰਾਂ ਸਿੰਘਾਂ ਦੇ ਦੂਰ ਗਏ ਜਥਿਆਂ ਨੂੰ ਮਿਲੀਆਂ, ਉਹ ਮਰਨ ਮਾਰਨ ਦੀ ਧਾਰ ਕੇ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਰਦੀਆਂ ਵਿੱਚ ਫਿਰ ਪੰਜਾਬ ਨੂੰ ਪਰਤ ਆਏ। ਹੌਲੀ ਹੌਲੀ ਇਹ ਖਬਰਾਂ ਜਿਹੜੇ ਸਿੱਖ ਦੂਰ ਚਲੇ ਗਏ ਸਨ ਉਹਨਾਂ ਨੂੰ ਮਿਲੀਆਂ ਕਿ ਤੁਹਾਡੇ ਪਰਿਵਾਰਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਮਾਵਾਂ ਨੂੰ, ਬੱਚਿਆਂ ਨੂੰ ਮਾਵਾਂ ਦੇ ਸਾਹਮਣੇ ਵੱਢ ਕੇ ਉਹਨਾਂ ਦੇ ਹਾਰ ਉਹਨਾਂ ਦੇ ਗਲ 'ਚ ਪਾਏ ਜਾ ਰਹੇ ਨੇ। ਸਿੱਖਾਂ ਨੂੰ ਜਿਵੇਂ ਜਿਵੇਂ ਖਬਰਾਂ ਇਹ ਮਿਲਦੀਆਂ ਗਈਆਂ ਤੇ ਸਿੱਖ ਕਹਿੰਦੇ ਉਵੇਂ ਵਾਪਸ ਮੁੜਦੇ ਆਉਣ ਲੱਗ ਪਏ। ਸਰਦੀਆਂ ਆਈਆਂ ਤੇ ਸਿੱਖ ਵਾਪਸ ਪੰਜਾਬ ਵੱਲ ਆਏ। ਕਈ ਥਾਵਾਂ ਤੇ ਗਸ਼ਤੀ ਫੌਜਾਂ ਜਿਹੜੀਆਂ ਫਿਰਦੀਆਂ ਸਨ, ਸਿੱਖਾਂ ਦੀਆਂ ਬੜੀਆਂ ਚੰਗੀਆਂ ਮੁੱਠ ਭੇੜਾਂ ਲੜਾਈਆਂ ਵੀ ਹੋਈਆਂ। ਸਿੱਖਾਂ ਨੇ ਬੜਾ ਨੁਕਸਾਨ ਪਹੁੰਚਾਇਆ ਇਹਨਾਂ ਗਸ਼ਤੀ ਫੌਜਾਂ ਨੂੰ। ਇਹ ਖਬਰਾਂ ਸੁਣੀਆਂ ਮੀਰ ਮਨੂ ਨੇ, ਬੜਾ ਗੁੱਸਾ ਉਹਨੂੰ ਚੜਿਆ। ਉਹਨੇ ਮੁੱਲਾਂਪੁਰ ਕੋਲ ਜਾ ਡੇਰਾ ਲਾਇਆ ਮੀਰ ਮਨੂ ਨੇ, ਤੇ ਇਲਾਕੇ ਵਿੱਚੋਂ ਬੱਚੇ ਫੜ ਫੜ ਕੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਵੇਖੋ ਕਿੱਡਾ ਤੂੰ ਬਹਾਦਰ ਏ, ਸਾਹਮਣੇ ਹੋ ਕੇ ਤੇ ਜੰਗ ਹੁੰਦਾ ਨਹੀਂ ਤੇ ਸਿੱਖਾਂ ਦੇ ਬੱਚੇ ਫੜ ਫੜ ਕਤਲ ਕਰ ਰਿਹਾ ਹੈ, ਨਿੱਕੇ ਨਿੱਕੇ ਬੱਚਿਆਂ ਨੂੰ ਫੜ ਫੜ ਕੇ। ਜ਼ੁਲਮ ਵਾਲੀ ਕਹਿੰਦੇ ਨੇ ਅੱਤ ਕਰ ਦਿੱਤੀ। ਕੁਦਰਤ ਵੀ ਇਸ ਕਹਿਰ ਨੂੰ ਵੇਖ ਕੇ ਕ੍ਰੋਧ ਵਿੱਚ ਆ ਗਈ। 4 ਨਵੰਬਰ 1753 ਈਸਵੀ ਦਾ ਦਿਨ ਚੜ੍ਹਿਆ ਹੀ ਸੀ ਜਾਂ ਸੂਈਏ ਨੇ ਆ ਕੇ ਖਬਰ ਦਿੱਤੀ ਕਿ ਨਾਲ ਦੇ ਕਮਾਦ ਵਿੱਚ ਸਿੰਘ ਲੁਕੇ ਬੈਠੇ ਨੇ। ਕਿਸੇ ਸੂਈਏ ਨੇ ਖਬਰ ਦਿੱਤੀ ਕਿ ਨਾਲ ਦੇ ਕਮਾਦ ਮਤਲਬ ਜਿੱਥੇ ਗੰਨੇ ਦੀ ਫਸਲ ਹੁੰਦੀ ਨਾ, ਗੰਨਾ ਸ਼ੂਗਰ ਕੇਨ, ਉਹਨੂੰ ਕਮਾਦ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ। ਮੰਨੂ ਨੇ ਉਸੇ ਵੇਲੇ ਘੋੜੇ ਤੇ ਚੜ੍ਹ ਕੇ ਆਪਣੀ ਫੌਜ ਨਾਲ ਜਾ ਕੇ ਕਮਾਦ ਨੂੰ ਘੇਰਾ ਪਾ ਲਿਆ। ਚੁਫੇਰਿਓਂ ਕਮਾਦ ਵਿੱਚ ਮੀਂਹ ਵਾਂਗ ਗੋਲੀ ਵਰਨ ਲੱਗੀ। ਅੰਦਰੋਂ ਸਿੰਘਾਂ ਨੇ ਵੀ ਇੱਕ ਵਾਰ ਵਾਲੀ ਝਾੜੀ। ਕਮਾਦ ਬੜਾ ਸੰਘਣਾ ਸੀ, ਇਸ ਵਾਸਤੇ ਨਾ ਤਾਂ ਬਾਹਰ ਦੀ ਗੋਲੀ ਦਾ ਅੰਦਰ ਤੇ ਨਾ ਹੀ ਸਿੰਘਾਂ ਦੀ ਗੋਲੀ ਦਾ ਬਾਹਰ ਕੋਈ ਅਸਰ ਹੋਇਆ। ਪਰ ਕਮਾਦ ਦੇ ਖੜਾਕ ਤੋਂ ਘੋੜਾ ਡਰ ਗਿਆ ਤੇ ਮੀਰ ਮਨੂ ਕਾਠੀ ਤੋਂ ਥੱਲੇ ਆ ਗਿਆ। ਧਿਆਨ ਨਾਲ ਸੁਣਿਓ, ਜ਼ੁਲਮ ਦੀ ਹੱਦ ਹੋ ਗਈ। ਜਿੱਥੇ ਇਹਨੇ ਡੇਰਾ ਲਾਇਆ ਸੀ ਨਾ, ਕਿਸੇ ਨੇ ਆ ਕੇ ਕਹਿ ਦਿੱਤਾ ਵੀ ਸਿੱਖ ਕਮਾਦ ਵਿੱਚ ਆ ਨੇੜੇ ਗੰਨੇ ਦੇ ਖੇਤਾਂ ਵਿੱਚ ਲੁਕੇ ਹੋਏ ਨੇ, ਘੇਰਾ ਪਾ ਲਿਆ। ਸਿੱਖ ਅੰਦਰ ਸੀਗੇ, ਇਹ ਬਾਹਰੋਂ ਗੋਲੀਆਂ ਚਲਾ ਰਹੇ ਨੇ। ਸਿੱਖਾਂ ਵੀ ਥੋੜੀਆਂ ਜਿਹੀਆਂ ਗੋਲੀਆਂ ਅੰਦਰੋਂ ਚਲਾਈਆਂ। ਪਰ ਹੋਇਆ ਕੀ, ਕਮਾਦ ਬੜਾ ਸੰਘਣਾ ਸੀ, ਗੰਨੇ ਦਾ ਖੇਤ ਬੜਾ ਸੰਘਣਾ ਸੀ ਤੇ ਗੋਲੀਆਂ ਅੰਦਰ ਜਾਂਦੀਆਂ ਹੀ ਨਹੀਂ ਸੀ, ਨਾ ਅੰਦਰਲੀਆਂ ਬਾਹਰ ਆਉਂਦੀਆਂ ਸੀ। ਪਰ ਉਹਦਾ ਨਾ ਖੜਾਕ, ਉਹਦਾ ਰੌਲਾ ਬੜਾ ਹੁੰਦਾ, ਸ਼ੋਰ ਬੜਾ ਹੁੰਦਾ ਉਹਦਾ। ਉਹ ਸ਼ੋਰ ਇੰਨਾ ਕੁ ਹੈ, ਕਹਿੰਦੇ ਜਿਸ ਘੋੜੇ ਤੇ ਮੀਰ ਮਨੂ ਬੈਠਾ ਸੀ ਨਾ, ਉਹ ਘੋੜਾ ਡਰ ਗਿਆ। ਘੋੜਾ ਡਰਿਆ, ਇੱਕੋ ਦਮ ਉਛਲਿਆ ਤੇ ਮੀਰ ਮਨੂ ਨਾ ਘੋੜੇ ਉੱਤੇ ਬੈਠਾ ਸੀ, ਉਹ ਥੱਲੇ ਡਿੱਗ ਪਿਆ। ਥੱਲੇ ਡਿੱਗਾ ਪਰ ਉਹਦਾ ਇੱਕ ਪੈਰ ਰਕਾਬ ਵਿੱਚ ਹੀ ਫਸਿਆ ਰਹਿ ਗਿਆ ਤੇ ਘੋੜਾ ਦੌੜ ਗਿਆ ਡਰਦਾ। ਹੁਣ ਘੋੜੇ ਦੇ ਮਗਰ ਮਗਰ ਹੀ ਰਗੜਦਾ ਜਾ ਰਿਹਾ ਜ਼ਮੀਨ ਤੇ। ਵੇਖੋ, ਘੋੜੇ ਦੇ ਮਗਰ ਹੀ ਦੌੜਦਾ ਦੌੜਦਾ ਜਾ ਰਿਹਾ ਏ ਤੇ ਇੰਨਾ ਕੁ ਘੋੜਾ, ਹੁਣ ਇਹ ਥੱਲੇ ਵੱਜਦਾ ਹੈ ਤੇ ਘੋੜਾ ਹੋਰ ਦੌੜਦਾ ਹੈ, ਫਿਰ ਥੱਲੇ ਵੱਜਦਾ, ਘੋੜਾ ਡਰਦਾ ਹੋਰ ਦੌੜਦਾ ਹੈ ਤੇ ਥੱਲੇ ਸਿਰ ਵੱਜ ਵੱਜ ਕੇ ਮੀਰ ਮਨੂ ਦੀ ਉੱਥੇ ਹੀ ਮੌਤ ਹੋ ਗਈ। ਅੱਤ ਤੇ ਅੰਤ, ਇਹ ਸਮਾਂ ਦਾ ਪਤਾ ਨਹੀਂ ਜੇ ਲੱਗਦਾ, ਅੱਤ ਤੋਂ ਅੰਤ ਤੱਕ ਦਾ। ਜਿਹੜਾ ਅੱਤ ਜ਼ਿਆਦਾ ਕਰਦਾ, ਉਹ ਸਮੇਂ ਦਾ ਕੋਈ ਵੀ ਬਾਦਸ਼ਾਹ ਹੋਵੇ ਨਾ, ਕੋਈ ਵੀ ਜਿਹਦੇ ਅੰਦਰ ਹੰਕਾਰ ਭਰ ਜਾਂਦਾ ਹੈ ਨਾ ਕਿ ਸਭ ਕੁਝ ਮੇਰੇ ਵਾਸਤੇ, ਮੇਰੇ ਕੋਲ ਹੈ,
ਉਹ ਅੱਤ ਤੋਂ ਅੰਤ ਹੋਣ ਲੱਗਿਆ ਸਮਾਂ ਨਹੀਂ ਜੇ ਲੱਗਦਾ। ਮੀਰ ਮਨੂੰ ਰਗੜ ਰਗੜ ਕੇ ਮਰ ਗਿਆ। ਉਸ ਦੀ ਫੌਜ ਦੀ ਕਈ ਮਹੀਨਿਆਂ ਦੀ ਤਨਖਾਹ ਬਾਕੀ ਰਹਿੰਦੀ ਸੀ ਦੇਣ ਵਾਲੀ ਅਜੇ। ਸੋ ਫੌਜ ਨੇ ਲੋਥ ਤੇ ਕਬਜ਼ਾ ਕਰ ਲਿਆ। ਫੌਜ ਨੇ ਨਾ ਲਾਸ਼ ਕਬਜ਼ੇ ਵਿੱਚ ਲੈ ਲਈ ਮੀਰ ਮਨੂੰ ਦੀ। ਤੀਜੇ ਦਿਨ ਪਿੱਛੋਂ ਮੀਰ ਮਨੂੰ ਦੀ ਬੇਗਮ ਜਿਹੜੀ ਸੀ, ਉਹਦਾ ਨਾਂ ਸੀ ਮੁਰਾਦ ਬੇਗਮ, ਆਪਣੇ ਗਹਿਣੇ ਵੇਚ ਕੇ ਉਹਨੇ 3 ਲੱਖ ਰੁਪਈਆ ਤਨਖਾਹ ਵਜੋਂ ਦਿੱਤਾ। ਤਾਂ ਮੀਰ ਮਨੂੰ ਦੀ ਲਾਸ਼ ਜਿਹੜੀ ਉਹ ਲਾਹੌਰ ਮੀਆਂ ਮੀਰ ਖਾਨ ਬਹਾਦਰ ਦੀ ਕਬਰ ਕੋਲ ਦਫਨਾਈ ਗਈ। ਵੇਖੋ, ਇਹ ਸੱਚਾਈ ਹੈ ਕਿ ਜਿਹੋ ਜਿਹਾ ਬੰਦਾ ਕਰਮ ਕਰਦਾ ਉਹਨਾਂ ਨੂੰ ਸਜ਼ਾ ਵੀ ਰੱਬ ਉਹੋ ਜਿਹੀ ਦਿੰਦਾ ਹੈ। ਮੀਰ ਮਨੂੰ ਦੀ ਮੌਤ ਹੋਈ ਉੱਥੇ, ਤੇ ਜਿਹੜੇ ਇਹਦੇ ਸਿਪਾਹੀ ਸਨ ਉਹਨਾਂ ਲਾਸ਼ ਤੇ ਕਬਜ਼ਾ ਕਰ ਲਿਆ। ਲਾਸ਼ ਤੇ ਉਹਨਾਂ ਕਬਜ਼ਾ ਕਰ ਲਿਆ ਵੀ ਸਾਨੂੰ ਤਨਖਾਹ ਨਹੀਂ ਮਿਲੀ, ਸਾਨੂੰ ਤਨਖਾਹ ਮਿਲੇਗੀ, ਸਾਨੂੰ ਸਾਡੇ ਪੈਸੇ ਮਿਲਣਗੇ। ਇਹਦੇ ਸਿਪਾਹੀਆਂ ਨੇ ਆਖਿਆ। ਇਹਦੀ ਬੇਗਮ ਨੂੰ, ਇਹਦੀ ਘਰਵਾਲੀ ਨੂੰ ਉਹਦੇ ਗਹਿਣੇ ਤੱਕ ਵੇਚਣੇ ਪਏ। 3 ਲੱਖ ਰੁਪਈਆ ਉਹਨੇ ਇਕੱਠਾ ਕੀਤਾ, ਤਨਖਾਹਾਂ ਦਿੱਤੀਆਂ, ਤੇ ਇਹਦੀ ਤੀਜੇ ਦਿਨ ਜਾ ਕੇ ਇਹਦੀ ਲਾਸ਼ ਜਿਹੜੀ ਹੈ ਨਾ ਉਹ ਇਹਦੀ ਘਰਵਾਲੀ ਨੂੰ, ਇਹਦੀ ਬੇਗਮ ਨੂੰ ਮਿਲੀ। ਤੇ 3 ਦਿਨਾਂ 'ਚ ਲਾਸ਼ ਦੀ ਉੱਥੇ ਉਦੋਂ ਕਿਹੜੀ ਬਰਫ਼ ਲੱਗੀ ਸੀ ਜਾਂ ਕਿਹੜੀ ਕਿਸੇ ਮਸ਼ੀਨ 'ਚ ਪਾ ਕੇ ਲਾਸ਼, 3 ਦਿਨਾਂ 'ਚ ਇਹਦੀ ਲਾਸ਼ ਦੀ ਹਾਲਤ ਕੀ ਬਣੀ ਹੋਈ, ਸੜ ਗਲ ਗਈ ਹੋਈ। 3 ਦਿਨਾਂ ਬਾਅਦ ਲਾਸ਼ ਮਿਲੀ ਤੇ ਇਹਨੂੰ ਲਾਹੌਰ ਦਫਨਾਇਆ ਗਿਆ। ਜਿਸ ਵੇਲੇ ਮੀਰ ਮਨੂੰ ਦੇ ਮਰਨ ਦੀ ਖਬਰ ਸਿੰਘਾਂ ਨੇ ਸੁਣੀ ਤੇ ਉਹਨਾਂ ਦਾ ਇੱਕ ਜੱਥਾ ਜੋ ਉਸ ਵੇਲੇ ਲਾਹੌਰ ਦੇ ਨੇੜੇ ਫਿਰ ਰਿਹਾ ਸੀ, ਰਾਤ ਧਾਵਾ ਕਰਕੇ ਸ਼ਹੀਦਗੰਜ ਜਾ ਪਿਆ। ਸਿੱਖਾਂ ਦਾ ਜੱਥਾ ਜਿਹੜਾ ਨਾ ਸ਼ਹੀਦਗੰਜ ਨੂੰ ਚਲਾ ਗਿਆ ਉਸੇ ਵੇਲੇ। ਕਹਿੰਦੇ ਜੱਥਾ ਚਲਾ ਗਿਆ ਉਸ ਪਾਸੇ। ਕੈਦਖਾਨੇ ਦੀ ਚੜ੍ਹਦੇ ਪਾਸੇ ਦੀ ਇੱਕ ਕੰਧ ਸਿੱਖਾਂ ਨੇ ਪਾੜਤੀ ਕਿ ਜਿੰਨੀਆਂ ਵੀ ਸਿੰਘੜੀਆਂ ਕੈਦ ਸਨ ਸਾਰੀਆਂ ਬਾਹਰ ਕੱਢ ਦਿਓ। ਜਿਹੜੀਆਂ ਸਿੰਘੜੀਆਂ ਜਿਨ੍ਹਾਂ ਦੇ ਕਈਆਂ ਦੇ ਬੱਚੇ ਕਤਲ ਕਰ ਦਿੱਤੇ ਗਏ ਸੀਗੇ, ਉਹ ਸਿੰਘੜੀਆਂ ਦੇ ਵੀ ਕੈਦ ਸੀਗੀਆਂ ਉੱਥੇ ਗਏ। ਪਿਛਲੇ ਪਾਸੋਂ ਨਾ ਸਿੱਖਾਂ ਨੇ ਕੰਧ ਪਾੜਤੀ। ਕੰਧ ਪਾੜ ਕੇ ਉਸ ਕੈਦਖਾਨੇ ਦੀ ਜੇਲ੍ਹ ਦੀ ਤੇ ਸਿੰਘੜੀਆਂ ਨੂੰ ਬਾਹਰ ਕੱਢ ਲਿਆ, ਲੈ ਕੇ ਆਪਣੇ ਆਪਣੇ ਘਰਾਂ ਤੱਕ ਪਹੁੰਚਾਇਆ। 4 ਨਵੰਬਰ 1753 ਈਸਵੀ ਦੀ ਘਟਨਾ ਹੈ, ਜਦੋਂ ਮੀਰ ਮਨੂੰ ਮਰਿਆ, ਜਦੋਂ ਮੀਰ ਮਨੂੰ ਦੀ ਮੌਤ ਹੋਈ। ਇਹ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ। ਮੀਰ ਮਨੂੰ ਨੇ ਸੱਚਮੁੱਚ ਸਿੱਖਾਂ ਦਾ ਕਤਲੇਆਮ ਬੜੇ ਵੱਡੇ ਪੱਧਰ ਤੇ ਕੀਤਾ। ਮੈਂ ਫਿਰ ਦੁਬਾਰਾ ਤੁਹਾਨੂੰ ਦੱਸਦੇ ਹਾਂ, ਲਾਹੌਰ ਨਖਾਸ ਚੌਂਕ, ਅੱਜ ਨੂੰ ਅਸੀਂ ਸ਼ਹੀਦਗੰਜ ਕਹਿੰਦੇ ਹਾਂ, ਇਸੇ ਕਰਕੇ ਉਹਦਾ ਨਾਮ ਸ਼ਹੀਦਗੰਜ ਰੱਖਿਆ ਗਿਆ। ਲਾਹੌਰ ਦੇ ਨਖਾਸ ਚੌਂਕ ਤੇ ਜਿੰਨੇ ਕੁ ਸਿੱਖ ਵੱਢੇ ਗਏ ਨਾ, ਜਿੰਨੇ ਕੁ ਸਿੱਖ ਕਤਲ ਕੀਤੇ ਗਏ, ਸ਼ਾਇਦ ਉਹਨੇ ਦੁਨੀਆ ਦੇ ਵਿੱਚ ਕੋਈ ਕੌਮ ਨਹੀਂ ਕਤਲ ਕੀਤੀ ਗਈ ਹੋਏਗੀ। ਸਿੱਖਾਂ ਦੇ ਸਿਰ ਵੱਢ ਵੱਢ ਕੇ ਢੇਰ ਲਾਏ, ਜਿਵੇਂ ਕੋਠੇ ਮੀਨਾਰਾਂ ਬਣੀਆਂ ਹੁੰਦੀਆਂ ਨੇ, ਬੜੇ ਉੱਚੇ ਉੱਚੇ ਘਰ ਬਣੇ ਨੇ, ਇਵੇਂ ਢੇਰ ਲੱਗੇ ਨੇ ਸਿੱਖਾਂ ਦੇ ਸਿਰਾਂ ਦੇ ਉੱਤੇ ਲਾਹੌਰ ਦੇ ਨਖਾਸ ਚੌਂਕ 'ਚ। ਸਿੱਖਾਂ ਦੇ ਸਿਰਾਂ ਨਾਲ ਲਾਹੌਰ ਦੇ ਖਾਲੀ ਜਿਹੜੇ ਖੂਹ ਸਨ, ਜਿਨ੍ਹਾਂ ਵਿੱਚ ਪਾਣੀ ਨਹੀਂ ਸਨ, ਉਹ ਸਿਰ ਪਾ ਪਾ ਕੇ ਖੂਹ ਭਰ ਦਿੱਤੇ ਗਏ। ਨਖਾਸ ਚੌਂਕ ਜਿੰਨੇ ਕੁ ਸਿੱਖ ਕਤਲ ਕੀਤੇ ਗਏ ਲਾਹੌਰ ਦੇ ਨਖਾਸ ਚੌਂਕ ਵਿੱਚ ਵੀ, ਉਹਨਾਂ ਦੇ ਸਿਰਾਂ ਨੂੰ ਵੱਢ ਵੱਢ ਕੇ ਤੇ ਜਿਹੜੀਆਂ ਨਵੀਆਂ ਇਮਾਰਤਾਂ ਬਣ ਰਹੀਆਂ ਸਨ, ਉਹਨਾਂ ਇਮਾਰਤਾਂ ਦੇ ਨੀਹਾਂ ਦੇ ਵਿੱਚ ਸਿੱਖਾਂ ਦੇ ਸਿਰ ਦੇ ਕੇ ਉੱਤੇ ਇਮਾਰਤਾਂ ਉੱਤੇ ਕੰਧਾਂ ਉਸਾਰੀਆਂ ਗਈਆਂ। ਇੰਨੇ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦਿਨਾਂ ਵਿੱਚ ਨਖਾਸ ਚੌਂਕ ਲਾਹੌਰ ਦੇ ਵਿੱਚ ਸਿੱਖਾਂ ਦੇ ਸਿਰ ਵੱਢੇ ਗਏ, ਸਿੱਖਾਂ ਨੂੰ ਕਤਲ ਕੀਤਾ ਗਿਆ। ਕਿੰਨੀਆਂ ਸਿੱਖਾਂ ਦੀਆਂ ਬੀਬੀਆਂ ਨੂੰ ਕਤਲ ਕੀਤਾ ਗਿਆ। ਸੋਚਣਾ ਪਏਗਾ ਇਸ ਗੱਲ ਤੇ। ਮੀਰ ਮਨੂੰ, ਖੈਰ ਫਿਰ ਮੀਰ ਮਨੂੰ ਦੀ ਹਾਲਤ ਵੀ ਉਸੇ ਤਰ੍ਹਾਂ ਹੀ ਹੋਈ। ਮੀਰ ਮਨੂੰ ਦੀ ਵੀ ਮੌਤ ਹੋਈ, ਮੀਰ ਮਨੂੰ ਵੀ ਮਰਿਆ। ਮੌਤ ਇਹਨੂੰ ਵੀ ਉਹੋ ਜਿਹੀ ਆਈ, ਘੋੜੇ ਦੇ ਮਗਰ, ਘੋੜੇ ਦੇ ਰਕਾਬ ਦੇ ਵਿੱਚ ਪੈਰ ਫਸ ਗਿਆ, ਜ਼ਮੀਨ ਤੇ ਰਗੜਦਾ ਰਗੜਦਾ, ਸਿਰ ਪਟਕਦਾ ਪਟਕਦਾ ਮਰ ਗਿਆ। ਤੀਜੇ ਦਿਨ ਦੀ ਬੇਗਮ ਨੂੰ ਜਾ ਕੇ ਇਹਦੀ ਲਾਸ਼ ਇਹਦੇ ਸਿਪਾਹੀਆਂ ਨੇ ਦਿੱਤੀ। 3 ਲੱਖ ਰੁਪਈਆ ਇਹਦੇ ਸਿਪਾਹੀਆਂ ਨੇ 3 ਲੱਖ ਰੁਪਈਆ ਲਿਆ। ਵੇਖੋ, ਇਹ ਅੱਤ ਤੇ ਖੁਦਾ ਦਾ ਵੈਰ ਹੁੰਦਾ, ਐਵੇਂ ਨਹੀਂ ਕਹਿੰਦੇ। ਸੋ ਮੀਰ ਮਨੂੰ ਦਾ ਇਹ ਜਿਹੜਾ ਸਮਾਂ ਸੀ, ਇਸ ਸਮੇਂ ਦੇ ਅੰਦਰ ਬੜਾ ਕਤਲੇਆਮ ਸਿੱਖਾਂ ਦਾ ਕੀਤਾ ਗਿਆ। ਸਿਰਾਂ ਦੇ ਮੁੱਲ ਪਾ ਦਿੱਤੇ ਗਏ ਵੀ ਸਿੱਖ ਦਾ ਸਿਰ ਵੱਢ ਕੇ ਲਿਆਓਗੇ ਤੇ 10 ਰੁਪਈਏ ਜਿਹੜੇ ਨੇ ਉਹ ਨਾਮ ਵਜੋਂ ਦਿੱਤੇ ਜਾਣਗੇ। ਪਹਾੜੀ ਰਾਜਿਆਂ ਨੂੰ ਕਹਿ ਦਿੱਤਾ ਗਿਆ ਵੀ ਸਿੱਖਾਂ ਦੇ ਪਰਿਵਾਰਾਂ ਨੂੰ ਫੜ ਕੇ ਲਿਆਓ। ਛੋਟੇ ਛੋਟੇ ਬੱਚੇ ਸਿੱਖਾਂ ਦੇ ਕਤਲ ਕਰ ਦਿੱਤੇ ਗਏ। ਸਿੱਖਾਂ ਨੂੰ ਤੇ ਕਤਲ ਕੀਤਾ, ਸਿੱਖਾਂ ਦੀ ਮਦਦ ਕਰਨ ਵਾਲੇ ਜਿੰਨੇ ਵੀ ਸਨ ਉਹਨਾਂ ਨੂੰ ਵੀ ਕਤਲ ਕਰ ਦਿੱਤਾ ਗਿਆ। ਉਹਨਾਂ ਦੇ ਬੱਚੇ ਵੀ, ਛੋਟੇ ਛੋਟੇ ਬੱਚਿਆਂ ਨੂੰ ਕਤਲ ਕੀਤਾ ਗਿਆ, ਛੋਟੇ ਛੋਟੇ ਬੱਚਿਆਂ ਨੂੰ ਵੱਢਿਆ ਗਿਆ। ਇੰਨੀਆਂ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਉਸ ਸਮੇਂ ਦੇ ਅੰਦਰ।
ਤੇ ਸਿੱਖ ਫਿਰ ਵੀ ਇਹ ਗੱਲ ਕਹਿੰਦੇ ਸਨ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ। ਮੰਨੂ ਦਾ ਅਰਥ ਹੈ ਮੀਰ ਮੰਨੂ, ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਉਹ ਜਿਵੇਂ ਜਿਵੇਂ ਸਾਨੂੰ ਵੱਢਦਾ ਹੈ ਉਹ ਖਤਮ ਕਰਦਾ ਚਾਹੁੰਦਾ ਨਾ, ਅਸੀਂ ਦੂਣੇ ਹੁੰਦੇ ਜਾਂਦੇ ਹਾਂ, ਦੁੱਗਣੇ ਹੁੰਦੇ ਜਾਂਦੇ ਹਾਂ, ਅਸੀਂ ਖਤਮ ਨਹੀਂ ਹੁੰਦੇ। ਸੋ ਮੀਰ ਮੰਨੂ ਦੀ ਇਸ ਤਰ੍ਹਾਂ ਮੌਤ ਹੋਈ। ਹੁਣ ਲਾਹੌਰ ਦਾ ਸ਼ਾਸਕ ਕੌਣ ਬਣੇਗਾ? ਕਿਉਂਕਿ ਜਿਹੜਾ ਵੀ ਆਇਆ ਹੈ ਉਹ ਸਿੱਖਾਂ ਦੇ ਵਿਰੁੱਧ ਹੀ ਰਿਹਾ ਹਮੇਸ਼ਾ ਹੀ। ਕੀ ਬਣਦਾ ਹੈ, ਕਿਸ ਤਰ੍ਹਾਂ ਅੱਗੇ ਜੋ ਇਤਿਹਾਸ ਹੈ ਉਹ ਆਪਾਂ ਕੱਲ ਦੀ ਅਗਲੀ ਕਲਾਸ ਦੇ ਅੰਦਰ ਵਿਚਾਰਾਂਗੇ। ਸੋ ਅੱਜ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣਹਾਰ, ਅਖੀਰ ਤੇ ਕਰੋ ਗੁਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।